ਅਗਮ ਰਿਕਾਰਡਸ ਦਾ ਧਾਰਮਿਕ ਉਪਰਾਲਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ। ਜਾ ਦੇਖਾਂ ਗੁਰ ਸਾਹਮਣੇ, ਪਰਮ ਸਤਿਕਾਰਯੋਗ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਸਾਹਿਬ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਜੀਵ ਵਡਭਾਗੀ ਹਾਂ ਜੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦਾ ਸਦਕਾ ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹਾਂ ਅਤੇ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਗੁਰੂ ਕਾ ਇਤਿਹਾਸ ਗੁਰਬਾਣੀ ਗੁਰੂ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਉਦਮ ਉਪਰਾਲਾ ਕਰ ਰਹੇ ਹਾਂ। ਆਓ ਆਪਾਂ ਬੱਚਿਆਂ ਦੇ ਕਵਿਸ਼ਰੀ ਜੱਥੇ ਪਾਸੋਂ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਸਰਹੰਦ ਦਾ ਸੀਨ ਸਰਵਣ ਕਰ ਰਹੇ ਸੀ। ਆਪਾਂ ਆਪਣੇ ਮਨ ਦੇ ਅੰਦਰ ਕਿਤੇ ਝਾਤੀ ਮਾਰ ਕੇ ਵੇਖੋ ਕਿ 7 ਤੇ 9 ਸਾਲ ਦੀ ਉਮਰ ਦੇ ਅੰਦਰ ਏਡੀ ਵੱਡੀ ਕੁਰਬਾਨੀ ਕਰ ਜਾਣੀ, ਇਹ ਕਿਵੇਂ ਸੰਭਵ ਹੋਇਆ ਸਾਰਾ ਕੁਝ। ਆਪਣੇ ਵੀ 7 ਤੇ 9 ਸਾਲ ਦੇ ਬੱਚੇ ਨੇ, ਆਪਣੀ ਵੀ ਉਮਰ ਕਿਸੇ ਦੀ 50 ਸਾਲ, ਕਿਸੇ ਦੀ 60 ਸਾਲ, ਕਿਸੇ ਦੀ 40 ਸਾਲ, ਕਿਸੇ ਦੀ 30 ਸਾਲ, ਕਾਫੀ ਸਿਆਣੇ ਹੋ ਚੁੱਕੇ ਹਾਂ ਆਪਾਂ। ਜੇ ਭਲਾ ਆਪਣੇ ਤੇ ਇਹੋ ਜਿਹਾ ਕਦੀ ਸਮਾਂ ਆਵੇ ਤਾਂ ਆਪਣੀ ਕੀ ਹਾਲਤ ਹੋਊਗੀ, ਇਹ ਆਪਾਂ ਸ਼ਾਇਦ ਘੱਟ ਹੀ ਆਪਣੇ ਮਨ ਦੇ ਅੰਦਰ ਇਸ ਗੱਲ ਨੂੰ ਖੋਜਣ ਦਾ ਯਤਨ ਕਰਿਆ ਹੋਊਗਾ। ਰਾਜਨੀਤੀ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਨੀਤੀ ਸਿਖਾਈ ਜਾਂਦੀ ਆ, ਉਹਦੇ 4 ਪੁਆਇੰਟ ਨੇ ਰਾਜਨੀਤੀ ਦੇ, ਕਿ ਜੇ ਤੁਸੀਂ ਕਿਸੇ ਬੰਦੇ ਨੂੰ ਆਪਦੇ ਧਰਮ ਦੇ ਅਧੀਨ ਕਰਨਾ ਤਾਂ ਸਾਰਿਆਂ ਤੋਂ ਪਹਿਲਾਂ ਉਹਦੇ ਕੋਲੇ ਆਪਣੇ ਧਰਮ ਦੀ ਬਹੁਤ ਜ਼ਿਆਦਾ ਵਡਿਆਈ ਕਰੋ। ਉਹ ਤੁਹਾਡੇ ਧਰਮ ਦੀ ਸਿਫਤ ਸੁਣ ਕੇ ਤੁਹਾਡੇ ਧਰਮ ਨੂੰ ਗ੍ਰਹਿਣ ਕਰ ਲੇ। ਔਰੰਗਜ਼ੇਬ ਨੇ ਇਹ ਨੀਤੀ ਅਪਣਾਈ, ਦੁਨੀਆ ਦੇ ਅੰਦਰ ਇਸਲਾਮ ਦਾ ਬਹੁਤ ਪ੍ਰਚਾਰ ਕਰਿਆ। ਦੂਸਰਾ ਨੀਤੀ ਵਾਲੇ ਨੇ ਦੱਸਿਆ
ਜੇ ਉਹ ਤੁਹਾਡੇ ਧਰਮ ਦੀ ਵਡਿਆਈ ਸੁਣ ਕੇ ਫੇਰ ਵੀ ਤੁਹਾਡੇ ਧਰਮ ਦੇ ਅੰਦਰ ਪ੍ਰਵੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਲਾਲਚ ਦਿਓ। ਉਹਨੇ ਇਹ ਖੇਡ ਵੀ ਅਪਣਾਈ, ਬਾਹਰ ਵੀ ਅਪਣਾਈ ਤੇ ਸਾਹਿਬਜ਼ਾਦਿਆਂ ਕੋਲੇ ਵੀ ਉਹਨੇ ਪੱਖ ਰੱਖਿਆ 7 ਤੇ 9 ਸਾਲ ਦੀ ਉਮਰ 'ਚ। ਤੀਸਰਾ ਫਿਰ ਨੀਤੀ ਵਾਲਾ ਕਹਿੰਦਾ, ਜੇ ਇਹ ਦੋਨੇ ਗੱਲਾਂ ਨਹੀਂ ਕੋਈ ਮੰਨਦਾ ਤਾਂ ਫਿਰ ਤੁਸੀਂ ਉਹਨੂੰ ਕਾਮ ਵਾਸ਼ਨਾ ਦੇ ਅਧੀਨ ਕਰੋ। ਔਰੰਗਜ਼ੇਬ ਨੇ ਇਹ ਵੀ ਯਤਨ ਕਰਿਆ ਵਜ਼ੀਰ ਖਾਂ ਰਾਹੀਂ। ਨਹੀਂ, 7 ਤੇ 9 ਸਾਲ ਦੇ ਬੱਚਿਆਂ ਨੂੰ ਡੋਲੇ ਦੇਣੇ ਇਹ ਕੋਈ ਬਹੁਤਾ ਗਿਆਨ ਨਹੀਂ ਹੁੰਦਾ। ਫੇਰ ਨੀਤੀ ਵਾਲਾ ਕਹਿੰਦਾ, ਜੇ ਤਿੰਨੇ ਗੱਲਾਂ ਇਹ ਕੋਈ ਨਹੀਂ ਮੰਨਦਾ ਤਾਂ ਆਖਰੀ ਹਥਿਆਰ ਹੈ ਉਹਨੂੰ ਮੌਤ ਦੀ ਸਜ਼ਾ ਦਿਓ। ਸਜ਼ਾ ਵੀ ਇਹੋ ਜਿਹੀ ਦਿਓ ਜਿਹਨੂੰ ਵੇਖ ਕੇ ਮੌਤ ਵੀ ਕੰਬ ਉੱਠੇ। ਤਿੰਨ ਗੱਲਾਂ ਪਹਿਲੀਆਂ ਆਮ ਲੋਕ ਝੱਲ ਜਾਂਦੇ ਸਨ ਪਹਿਲਾਂ ਵੀ, ਪਰ ਜਦੋਂ ਮੌਤ ਦੀ ਗੱਲ ਆਉਂਦੀ ਉਦੋਂ ਡਰ ਜਿਆ ਕਰਦੇ ਲੋਕ, ਧਰਮ ਪਰਿਵਰਤਨ ਕਰ ਲੈਂਦੇ। ਗੁਰੂ ਨਾਨਕ ਦੇ ਘਰ ਨੇ ਫਿਰ ਇਹ ਸਿੱਖਿਆ ਦੇ ਕੇ ਗੁਰਮਤਿ ਦੀ ਮੌਤ ਦੇ ਭੈ ਤੋਂ ਵੀ ਉੱਪਰ ਚੱਕਤਾ ਲੋਕਾਂ ਨੂੰ। ਉਹ ਪੰਚਮ ਪਾਤਸ਼ਾਹ ਵੇਲੇ ਵੀ ਆਪਾਂ ਵੇਖਿਆ, ਨੌਵੇਂ ਪਾਤਸ਼ਾਹ ਦੇ ਪ੍ਰਾਤਨ ਪਿਆਰੇ ਸਿੱਖ ਸਤੀਦਾਸ ਜੀ, ਮਤੀਦਾਸ ਜੀ, ਦਿਆਲਦਾਸ ਜੀ, ਉਹਨਾਂ ਨੂੰ ਵੀ ਸ਼ਰਤਾਂ ਰੱਖੀਆਂ ਗਈਆਂ। ਇਹੀ ਸ਼ਰਤਾਂ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਰੱਖੀਆਂ ਗਈਆਂ। ਹੁਣ ਕਦੇ ਸੋਚ ਕੇ ਵੇਖੋ, ਇੱਕ ਤਾਂ ਗੱਲ ਵੱਖਰੀ ਆ, ਆਪਾਂ ਨੂੰ ਕੋਈ ਜ਼ਬਰਦਸਤੀ ਗ੍ਰਿਫਤਾਰ ਕਰ ਲਵੇ, ਆਪਣੇ ਤੇ ਜੋਤ ਸੱਦਤ ਕਰੇ, ਆਪਾਂ ਨੂੰ ਝੱਲਣਾ ਪੈਣਾ, ਕਿਉਂਕਿ ਆਪਣੀ ਕੋਈ ਅਪੀਲ ਨਹੀਂ, ਆਪਣੀ ਕੋਈ ਦਲੀਲ ਨਹੀਂ। ਇੱਕ ਇਹ ਖੇਡ ਆ ਕਿ ਤੁਹਾਨੂੰ ਗ੍ਰਿਫਤਾਰ ਕਰਕੇ ਰਾਏ ਪੁੱਛੀ ਜਾ ਰਹੀ ਹੈ ਕਿ ਜਾਂ ਤਾਂ ਭਾਈ ਸਾਰੀ ਦੁਨੀਆ ਦੇ ਸੁੱਖ ਲੈ ਲਓ, ਜੋ ਮੰਗਣਾ ਚਾਹੁੰਦੇ ਆ ਮੰਗੋ, ਤੇ ਸਾਡੇ ਧਰਮ 'ਚ ਪਰਿਵਰਤਨ ਕਰ ਜਾਓ, ਤੇ ਜੇ ਨਹੀਂ ਤਾਂ ਤੁਹਾਨੂੰ ਆ ਸਜ਼ਾ ਦੇਣੀ ਆ। ਕਿਸੇ ਨੂੰ ਆਰਿਆਂ ਨਾਲ ਚੀਰਿਆ ਜਾਣਾ, ਕਿਸੇ ਨੂੰ ਦੇਗਾਂ 'ਚ ਵਾਲਿਆ ਜਾਣਾ, ਕਿਸੇ ਨੂੰ ਰੂਈ 'ਚ ਲਪੇਟ ਕੇ ਸ਼ਹੀਦ ਕਰਨਾ ਅੱਗ ਲਾ ਕੇ, ਤੇ ਕਿਸੇ ਨੂੰ ਨੀਹਾਂ 'ਚ ਚਿਣਨਾ, ਕਿਸੇ ਦੇ ਬੰਦ ਕੱਟਣੇ। ਕਿੰਨਾ ਇਤਿਹਾਸ ਭਰਿਆ ਪਿਆ, ਉੱਥੇ ਫੈਸਲਾ ਲੈਣਾ ਬੜਾ ਔਖਾ। ਅੱਜ ਆਪਾਂ ਮਾੜੀ ਮਾੜੀ ਗੱਲ ਤੇ ਸਾਡਾ ਮਨ ਡੋਲ ਸਕਦਾ, ਜੀਵਾਂ ਦਾ ਥੋੜੀ ਥੋੜੀ ਗੱਲ ਤੇ ਡੋਲ ਵੀ ਜਾਂਦਾ ਕਈ ਵਾਰੀ, ਪਰ ਜਦੋਂ ਅਸੀਂ ਡੰਗਿਆਈ 'ਚ ਜਾ ਕੇ ਇਸ ਗੱਲ ਨੂੰ ਵੇਖਦੇ ਹਾਂ ਫਿਰ ਸਾਨੂੰ ਭੇਦ ਮਿਲਦੇ ਬਹੁਤ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਪਹਿਲੀ ਤਾਂ ਗੱਲ ਇਹ ਆ, ਜੇ ਬਹੁਤਾ ਡੰਗਿਆਈ 'ਚ ਜਾਈਏ ਸ਼ਾਇਦ ਕਈ ਵੀਰਾਂ ਨੂੰ ਇਹਨਾਂ ਗੱਲਾਂ ਦਾ ਭੇਦ ਵੀ ਨਹੀਂ ਆਉਂਦਾ। ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ, ਉਹਨਾਂ ਦੀ ਲਿਵ ਟੁੱਟ ਗਈ ਨਹੀਂ ਸੀ ਪ੍ਰਮਾਤਮਾ ਨਾਲੋਂ, ਤਦ ਕਰਕੇ ਏਡੀ ਵੱਡੀ ਗੱਲ ਹੋਈ। ਉਹ ਇੰਨਾ ਕੁ ਸਿੱਖੇ ਹੋਏ ਸੀ ਕਿ ਜਦੋਂ ਮਰਜੀ ਇਹ ਸਰੀਰ ਤੋਂ ਪਾਸੇ ਹੋ ਜਾਣ, ਜਦੋਂ ਇਨਸਾਨ ਇੱਥੇ ਕਿ ਜਾਣਾ ਸਿੱਖ ਲੈਂਦਾ, ਚਾਹੇ ਉਹਦੇ ਸਰੀਰ ਨੂੰ ਫਿਰ ਕੋਈ ਟੋਟੇ ਕਰੇ, ਚਾਹੇ ਆਰੇ ਚਲਾਵੇ, ਜੋ ਮਰਜੀ ਕਰੇ, ਉਹਨੂੰ ਦੁੱਖ ਨਹੀਂ ਮਹਿਸੂਸ ਹੁੰਦਾ। ਇਹ ਆਮ ਜੀਵ ਦੇ ਹਿੱਸੇ ਨਹੀਂ ਆਉਂਦੀ ਗੱਲ। ਗੁਰਬਾਣੀ ਅੰਦਰ ਇੱਕ ਸਿਧਾਂਤ ਦਿੱਤਾ ਗਿਆ, ਜਦੋਂ ਜੀ ਪ੍ਰਮਾਤਮਾ ਦੀ ਬੰਦਗੀ ਕਰਦਾ ਇੱਕ ਆਪਣੇ ਸਰੀਰ ਦੇ ਅੰਦਰ ਆਤਮਿਕ ਰੂਪ ਹੋ ਜਾਂਦਾ, ਉਹ ਦੁੱਖ ਅਤੇ ਸੁੱਖ ਤੋਂ ਉੱਪਰ ਉੱਠ ਖੜਦਾ। ਜਿਹਦੇ ਬਾਰੇ ਸਮਝਾ ਰਹੇ ਆ ਗੁਰਬਾਣੀ 'ਚ ਆਪਾਂ ਨੂੰ, ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਜਦੋਂ ਸਾਡਾ ਮਨ ਆਤਮਿਕ ਰੂਪ ਹੋ ਜਾਂਦਾ, ਸਰੀਰ ਨਾਲੋਂ ਸੰਬੰਧ ਟੁੱਟ ਜਾਂਦਾ। ਨਹੀਂ, ਬੜਾ ਔਖਾ ਐਡੇ ਐਡੇ ਤਸੀਹੇ ਝੱਲਣੇ। ਦੂਸਰਾ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਗੁਜਰ ਕੌਰ ਜੀ। ਆਪਾਂ ਰਹਿ ਰਸ ਦਾ ਪਾਠ ਕਰਦੇ ਹਾਂ,
ਉਹ 'ਚ ਇੱਕ ਜਾਨਵਰ ਦੇ ਧਿਆਨ ਦੀ ਪਾਵਰ ਦੱਸੀ ਗਈ ਆਪਾਂ ਨੂੰ। ਊਡੈ ਊੜ ਆਵੈ ਸੈ ਕੋਸਾਂ, ਤਸ ਪਾਛੇ ਬਚਰੇ ਸ਼ਰਿਆ, ਤਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਕਿ ਇੱਕ ਜਾਨਵਰ ਦੇ ਧਿਆਨ 'ਚ ਇੰਨੀ ਪਾਵਰ ਆ, ਉਹ ਸੈਂਕੜੇ ਕੋਹਾਂ ਦੂਰ ਬੈਠਾ ਚੋਗਾ ਚੁੱਕ ਕੇ ਧਿਆਨ ਆਪਦੇ ਬੱਚਿਆਂ ਦਾ ਰੱਖਦਾ ਤੇ ਉਹਨਾਂ ਦਾ ਪਾਲਣਾ ਪੋਸ਼ਣਾ ਕਰ ਲੈਂਦਾ। ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਬਾਰੇ ਭਾਈ ਸੰਤੋਖ ਜੀ ਨੇ ਲਿਖਿਆ, ਉਹ ਕਹਿੰਦੇ ਜੇ ਉਹ ਅਕਾਲ ਪੁਰਖ ਦੀ ਮੂਰਤ ਸੰਸਾਰ 'ਚ ਨਾ ਆਉਂਦੀ ਤਾਂ ਇੱਥੇ ਹਾਲ ਕੀ ਹੁੰਦਾ। ਛਾਏ ਜਾਤੀ ਏਕਤਾ, ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਿਤਾਬਨ ਕਰਾਨ ਕੀ, ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ, ਬਚਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੋਹਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ। ਜੇ ਕਹਿੰਦੇ ਸਤਿਗੁਰੂ ਇਸ ਸੰਸਾਰ ਤੇ ਨਾ ਆਉਂਦੇ, ਨਾ ਇੱਥੇ ਕਥਾ ਕਹਾਣੀਆਂ ਹੁੰਦੀਆਂ, ਨਾ ਕੋਈ ਧਰਮ ਰਹਿੰਦਾ, ਕੋਈ ਚੀਜ਼ ਇੱਥੇ ਨਹੀਂ ਸੀ ਬਚਣੀ। ਉਹ ਧਿਆਨ ਦੁਆਰਾ ਆਪਣੇ ਬੱਚਿਆਂ ਦੇ ਉੱਪਰ ਰੱਖਿਆ ਚੱਕਰ ਉਹਨਾਂ ਦਾ ਬਣਾਇਆ ਹੋਇਆ ਸੀ, ਜਿਸ ਬਾਰੇ ਆਪਾਂ ਨੂੰ ਹਰ ਰੋਜ਼ ਸ਼ਬਦ ਆਪਾਂ ਪੜ੍ਹਦੇ ਹਾਂ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, RAM ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਰੱਖਿਆ ਚੱਕਰ ਇਹੋ ਜਿਹਾ ਬਣਿਆ ਹੋਇਆ ਸੀ ਕਿ ਕਿਸੇ ਗੱਲ ਦੀ ਕੋਈ ਪ੍ਰਵਾਹ ਹੀ ਨਹੀਂ ਸੀ। ਮਾਤਾ ਗੁਜਰ ਕੌਰ ਜੀ ਬਾਰੇ ਆਪਾਂ ਸੁਣਦੇ, ਕਈ ਅਣਜਾਣ ਲੋਕ ਜਿਹੜੇ ਗੁਰੂ ਸਾਹਿਬਾਨਾਂ ਨੂੰ ਨਾ ਇੱਕ ਮਨੁੱਖੀ ਤਲ ਦੇ ਉੱਪਰ ਹੀ ਸੋਚਦੇ ਆ। ਮਾਫ ਕਰਨਾ, ਅੱਜ ਦੀ ਬਹੁਤੀ ਵਿਦਵਾਨੀ, ਜਿਨ੍ਹਾਂ ਲੋਕਾਂ ਨੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਪੜ੍ਹੀ ਹੁੰਦੀ ਹੈ, ਵਿਚਾਰ ਤਾਂ ਦੂਰ ਦੀ ਗੱਲ, ਭਗਤੀ ਦੂਰ ਦੀ ਗੱਲ, ਉਹ ਗੁਰੂ ਸਾਹਿਬਾਨਾਂ ਨੂੰ ਵੀ ਇੱਕ ਆਮ ਮਨੁੱਖ ਦੀ ਤਰ੍ਹਾਂ ਵੇਖਣਾ ਚਾਹੁੰਦੇ ਆ ਸੰਸਾਰ 'ਚ। ਉਹਨਾਂ ਨੂੰ ਕਿਤੇ ਪੁੱਛੇ ਕਿ ਇਹ ਮਨੁੱਖ ਦੇ ਹਿੱਸੇ ਨਹੀਂ ਆ ਸਕਦੀਆਂ ਇਹ ਗੱਲਾਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਸਾਰ 'ਚ ਕੀਤੀਆਂ, ਮਨੁੱਖ ਦੇ ਹਿੱਸੇ ਨਹੀਂ ਆਉਂਦੀਆਂ ਗੱਲਾਂ, ਇਹ ਤਾਂ ਸਿਰਫ ਪ੍ਰਮਾਤਮਾ ਦੇ ਹਿੱਸੇ ਹੀ ਆਉਂਦੀਆਂ। ਸਰਵਣ ਕਰ ਰਹੇ ਸੀ ਆਪਾਂ ਇਹਨਾਂ ਦਿਨਾਂ 'ਚ 10ਵੇਂ ਪਾਤਸ਼ਾਹ ਮਹਾਰਾਜ ਸਾਡੇ ਪਿੰਡ ਬਰਾਜ ਰਹੇ ਸੀ, ਲੰਮੇ ਜੱਟਪੁਰੇ। ਉੱਥੇ ਸਾਹਿਬਜ਼ਾਦਿਆਂ ਦੀ ਖਬਰ ਮੰਗਾਈ ਨੂਰੇ ਮਾਹੀ ਕੋਲੋਂ, ਖਬਰ ਸੁਣ ਰਹੇ ਸੀ ਤੇ ਤੀਰ ਦੀ ਮੁਖੀ ਦੇ ਨਾਲ ਕਾਹੀ ਦਾ ਬੂਟਾ ਪੁੱਟ ਰਹੇ ਸੀ। ਪੁੱਛਿਆ, ਕਹਿੰਦੇ ਜੀ ਵੀ ਆ ਕੀ ਕੌਤਕਾ। ਮਹਾਰਾਜ ਕਹਿੰਦੇ ਜ਼ੁਲਮ ਰਾਜ ਦੀ ਜੜ ਪੁੱਟ ਰਹੇ ਆ। ਤੇ ਉੱਥੇ ਦੱਸਿਆ ਵੀ ਸ਼ੇਰ ਮਲੇਰ ਕੋਟਲਾ ਨੇ ਬੱਚਿਆਂ ਨੂੰ ਹਾਂ ਦਾ ਨਾਰਾ ਮਾਰਿਆ। ਮਹਾਰਾਜ ਕਹਿੰਦੇ ਉਹਦਾ ਸ਼ਹਿਰ ਘੁੱਗ ਵਸਦਾ ਰਹੂਗਾ, ਅੱਜ ਤੱਕ ਵਸਦਾ। ਰਾਏ ਇਕੱਲੇ ਨੂੰ ਉੱਥੇ ਬਖਸ਼ਿਸ਼ਾਂ ਕੀਤੀਆਂ। ਕਹਿਣ ਤੋਂ ਭਾਵ ਇਹ ਰੱਬ ਦੇ ਹਿੱਸੇ ਹੀ ਆਉਂਦੀ ਹੈ ਗੱਲ, ਮਨੁੱਖੀ ਤਲ ਤੇ ਜਿਉਣ ਵਾਲੇ ਬੰਦਿਆਂ ਦੇ ਹਿੱਸੇ ਨਹੀਂ ਆਉਂਦੀ ਗੱਲ। ਇਸ ਕਰਕੇ ਗੁਰਮੁਖੋ, ਜਦੋਂ ਵੀ ਆਪਾਂ ਗੁਰੂ ਕਾ ਇਤਿਹਾਸ ਸਰਵਣ ਕਰਦੇ ਹਾਂ, ਕਿਤੇ ਆਪਣੇ ਅੰਦਰ ਆਪਾਂ ਝਾਤੀ ਮਾਰ ਕੇ ਵੇਖੋ ਕਿ ਆਪਾਂ ਵੀ ਆਪਦੇ ਆਪ ਨੂੰ ਸਿੱਖ ਕਹਾਉਂਦੇ ਹਾਂ ਬਈ ਸਾਡੇ 'ਚ ਹੈ ਪਾਵਰ। ਇਹ ਗੁਰੂ ਦੀ ਖਾਤਰ ਅਸੀਂ ਏਡੀ ਵੱਡੀ ਕੁਰਬਾਨੀ ਕਰ ਜੀਏ, ਇਹਦੇ ਕਾਰਨ ਨੇ। ਕਾਰਨ ਹੁਕਮ ਹੋਇਆ ਕਿ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਦੇ ਸੰਬੰਧ 'ਚ ਜਾਚ ਗੁਰਮੁਖਾਂ ਨੇ ਇੱਥੇ ਸਹਿਜ ਪਾਠ ਕਰਵਾਇਆ ਤੇ ਭੋਗ ਪਾਏ ਗਏ। ਅੱਜ ਉਹਨਾਂ ਮਹਾਂਪੁਰਖਾਂ ਦੀ ਅਸੀਂ ਕਿਤਾਬ ਜੀਵਨ ਦੀ ਲੈ ਕੇ ਪੜ੍ਹੀ ਇਹਨਾਂ ਤੋਂ, ਜਿਹਦਾ ਨਾਂ ਹੀ ਰੱਖਿਆ ਗਿਆ ਸੀ ਸੇ ਕਨ੍ਹਈਆ, ਗੁਰਬਾਣੀ ਦੀ ਤੁਕ ਤੇ, ਜਿਹੜੀ ਸ਼ੁਰੂ ਹੁੰਦੇ ਆ ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨ੍ਹਈਆ। ਸਵਾਲ ਹੈ ਕਿ ਜਿਨ੍ਹਾਂ ਇਨਸਾਨਾਂ ਨੂੰ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ, ਉਹ ਕਿਹੋ ਜਿਹੇ ਹੁੰਦੇ ਆ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨ੍ਹਈਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਮਹਾਰਾਜ ਕਹਿੰਦੇ ਉਹਨਾਂ ਤੇ ਪ੍ਰਮਾਤਮਾ 'ਚ ਤਾਂ ਕੋਈ ਭੇਦ ਹੀ ਨਹੀਂ ਰਹਿੰਦਾ।
ਹਰ ਹਰ ਜਨ ਦੋਈ ਏਕ ਹੈ, ਵਿਭ ਵਿਚਾਰ ਕਿਛ ਨਾਹੇ, ਜਲ ਤੇ ਹੀ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਬੜਾ ਕੁਝ ਉਹ ਕਿਤਾਬ 'ਚ ਉਹਨਾਂ ਦੇ ਜੀਵਨ ਬਾਰੇ ਦੱਸਿਆ। ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਅੱਗੇ ਆਪਾਂ ਆਰੰਭ ਕਰ ਲੈਣੀ ਆ, ਜਿਹੜੀ ਆਪਣੇ ਸਾਰਿਆਂ ਦੇ ਕੰਮ ਆਉਣ ਵਾਲੀ ਹੈ ਤੇ ਸੌਖੀ ਸਮਝ ਆ ਜਾਊਗੀ। ਉਹਨਾਂ ਕੋਲੇ ਕਹਿੰਦੇ ਇੱਕ ਜਗਿਆਸੂ ਆਇਆ, ਉਹ ਆਪਦੀ ਜ਼ਮੀਨ 'ਚ ਬੋਰ ਕਰ ਰਿਹਾ ਸੀ, ਜਿਵੇਂ ਖੇਤੀਬਾੜੀ ਨੂੰ ਆਪਾਂ ਪੰਜਾਬ 'ਚ ਆਮ ਕਰਦੇ ਹਾਂ। ਉਹਨੇ ਆਪਦੇ ਖੇਤ 'ਚ 3-4 ਵਾਰੀ ਬੋਰ ਕੀਤਾ, ਪਰ ਉਹਦਾ ਪਾਣੀ ਨਾ ਚਾਲੂ ਹੋਵੇ। ਬੋਰ ਠੀਕ ਹੋ ਜਾ ਕਰੇ ਤੇ ਪਾਣੀ ਨਾ ਚੱਲੇ। ਆਮ ਤਾਂ ਜੀ ਮੰਨਦਾ ਨਹੀਂ, ਫਿਰ ਜਦੋਂ ਵਕਤ ਪੈਂਦਾ ਉਦੋਂ ਭੱਜ ਤੁਰਦਾ। ਉਹਨਾਂ ਕੋਲੇ ਗਿਆ, ਉਹ ਕਹਿੰਦਾ ਮਹਾਰਾਜ ਵੀ ਬੇਨਤੀ ਆ ਵੀ ਊਂ ਤਾਂ ਅਸੀਂ ਸੰਤਾਂ ਨੂੰ ਘੱਟ ਹੀ ਮੰਨਦੇ ਹੁੰਦੇ ਹਾਂ, ਕਿਉਂਕਿ ਅੱਜ ਸੰਤ ਸ਼ਬਦ ਤੋਂ ਕਈ ਵਾਰੀ ਲੋਕਾਂ ਨੂੰ ਨਫ਼ਰਤ ਆਉਣੀ ਸ਼ੁਰੂ ਹੋ ਗਈ। ਇਹਦੇ ਵੀ ਕਾਰਨ ਨੇ। ਮਸੰਦ ਜਿਹੜਾ ਸ਼ਬਦ ਆ, ਮਸੰਦ ਸੇਵਾਦਾਰ ਨੂੰ ਆਖਿਆ ਜਾਂਦਾ ਸੀ ਪਹਿਲੇ ਸਮੇਂ 'ਚ, ਕਿ ਜਿਹੜੇ ਗੁਰੂ ਘਰ ਦੇ ਸੇਵਾਦਾਰ ਰੱਖੇ ਹੁੰਦੇ ਉਹਨਾਂ ਨੂੰ ਮਸੰਦ ਆਖਦੇ। ਪਰ ਜਦੋਂ ਮਸੰਦਾਂ ਦੀਆਂ ਹਰਕਤਾਂ ਮਾੜੀਆਂ ਹੋ ਗਈਆਂ, ਉਹਨਾਂ ਦੇ ਜੀਵਨ ਮਾੜੇ ਹੋ ਗਏ, ਅੱਜ ਆਪਾਂ ਮਸੰਦ ਜਿਹੜਾ ਸ਼ਬਦ ਆ ਉਹਨੂੰ ਸੁਣਨਾ ਵੀ ਪਸੰਦ ਨਹੀਂ ਕਰਦੇ। ਇਸੇ ਤਰ੍ਹਾਂ ਅੱਜ ਕਈ ਵਾਰ ਸੰਤ ਭੇਖ ਦੇ ਅੰਦਰ ਇਹੋ ਜਿਹਾ ਕੁਝ ਹੋ ਜਾਂਦਾ ਕਿ ਕਈ ਵਾਰ ਸਾਨੂੰ ਸੰਤ ਸ਼ਬਦ ਤੋਂ ਚਿੜ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਨੇ ਬੇਨਤੀ ਕੀਤੀ, ਕਹਿੰਦਾ ਜੀ ਮੈਂ ਤਾਂ ਕਿਸੇ ਸੰਤ ਨੂੰ ਮੰਨਦਾ ਨਹੀਂ, ਅੱਜ ਮੇਰੇ ਤੇ ਵਕਤ ਪਿਆ, ਬੋਰ ਨਹੀਂ ਚੱਲਦਾ। ਉਹ ਕਹਿੰਦੇ ਆਪਦੇ ਜੀਵਨ 'ਚ ਝਾਤੀ ਮਾਰ ਕੇ ਵੇਖੋ, ਤੁਸੀਂ ਕਿਸੇ ਗਰੀਬ ਦੀ ਮਿਹਨਤ ਤਾਂ ਨਹੀਂ ਦੱਬੀ। ਪਹਿਲਾਂ ਤਾਂ ਮੁੱਕਰਿਆ, ਕਿਉਂ ਇਨਸਾਨ ਦੀ ਇੱਕ ਫਿਤਰਤ ਆ ਨਾ, ਉਹ ਗਲਤੀ ਵੀ ਕਰਦਾ ਤੇ ਛਪਾਉਂਦਾ ਵੀ ਹੈ। ਇਹ ਅੱਜ ਦੇ ਸਮੇਂ 'ਚ ਬਹੁਤਾ ਚੱਲ ਰਿਹਾ। ਇਨਸਾਨ ਚੋਰੀਆਂ ਵੀ ਕਰਦਾ ਤੇ ਆਪਦੇ ਆਪ ਨੂੰ ਸਾਧ ਵੀ ਕਹਾਉਣ ਦਾ ਯਤਨ ਕਰਦਾ, ਪਾਪ ਵੀ ਕਰਦਾ ਤੇ ਪੁੰਨੀ ਬਣਨ ਦਾ ਵੀ ਯਤਨ ਕਰਦਾ, ਦੁਨੀਆ ਤੋਂ ਚੋਰੀ ਕਰਦਾ, ਪਰ ਪ੍ਰਮਾਤਮਾ ਅੱਗੇ ਨਹੀਂ ਛੁਪਦੀ ਗੱਲ। ਹਰ ਰੋਜ਼ ਪੜ੍ਹਦੇ ਹਾਂ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖਾਂ ਤੇ ਕਿਰਪਾ ਕਰ ਦਿੰਦਾ ਨਾ ਪਰਮੇਸ਼ਰ, ਉਹ ਜੀਵ ਦੇ ਅੰਦਰ ਦੀ ਗੱਲ ਫੜ ਲੈਂਦੇ ਆ। ਉਹ ਕਹਿੰਦੇ ਗੁਰਮੁਖਾ ਸਾਨੂੰ ਇਉਂ ਲੱਗਦਾ ਵੀ ਤੂੰ ਕਿਸੇ ਦੀ ਮਿਹਨਤ ਦੱਬੀ ਆ ਕੰਮ ਕਰਾ ਕੇ। ਮੰਨ ਗਿਆ ਵਿਚਾਰਾ। ਫਿਰ ਕਹਿੰਦੇ ਇਉਂ ਕਰ, ਉਹਦੀ ਮਿਹਨਤ ਦੇ ਦੇ, ਤੇਰਾ ਬੋਰ ਚੱਲ ਪਊ। ਉਹਨੇ ਉਸ ਸਮੇਂ 'ਚ 220 ਰੁਪਈਏ ਕਿਸੇ ਦੇ ਦੱਬੇ ਸੀ ਕੰਮ ਕਰਾ ਕੇ, ਲੇਬਰ ਦਾ ਜਿਵੇਂ ਆਪਾਂ ਕਰਾਉਂਦੇ ਆ। ਘਰੇ ਗਿਆ, ਸਿਆਣਾ ਹੋ ਗਿਆ ਤੇ 50 ਰੁਪਈਏ ਸਮੇਤ ਵਿਆਜ ਉਹਨੂੰ ਜਾ ਕੇ ਦਿੱਤੇ ਜਿਹਦੇ ਪੈਸੇ ਦੱਬੇ ਹੋਏ ਸੀ। ਬੋਰ ਚੱਲ ਪਿਆ। ਉੱਥੇ ਫਿਰ ਉਹਨਾਂ ਨੇ ਸਮਝਾਇਆ ਕਿ ਕਿਸੇ ਮਜਬੂਰ ਬੰਦੇ ਦੀ ਜਿਹੜੀ ਬਦਸੂਈਸ ਆ ਨਾ, ਉਹ ਇਨਸਾਨ ਨੂੰ ਲੈ ਬਹਿੰਦੀ ਆ। ਤੇ ਇਹੀ ਆਪਾਂ ਨੂੰ ਗੁਰਬਾਣੀ 'ਚ ਸਮਝਾਇਆ ਗਿਆ। ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਮ ਤਾਂ ਭਰੇ, ਜਾਂ ਮਰਦਾਰ ਨਾ ਖਾਏ। ਬੜਾ ਉਹਨਾਂ ਦਾ ਉੱਚਾ ਸੁੱਚਾ ਜੀਵਨ ਦੱਸਿਆ ਗਿਆ ਤੇ ਲੱਖਾਂ ਲੋਕਾਂ ਨੂੰ ਉਹਨਾਂ ਨੇ ਨਾਮ ਬਾਣੀ ਦੇ ਲੜ ਲਾਇਆ। ਤਦ ਕਰਕੇ ਅੱਜ ਉਹਨਾਂ ਦਾ ਨਾਮ ਦੁਨੀਆ ਤੇ ਚੱਲਦਾ ਹੈ। ਸੰਤ ਦੀ ਪਰਿਭਾਸ਼ਾ ਕੀ ਹੈ? ਸੰਤ ਕਿਸੇ ਭੇਖ ਦਾ ਨਾਮ ਨਹੀਂ। ਗੁਰਬਾਣੀ 'ਚ ਸਾਨੂੰ ਸਮਝਾਇਆ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਤੇ ਸੰਤ ਦੀ ਡਿਊਟੀ ਕੀ ਆ? ਉਹ ਹਰ ਰੋਜ਼ ਆਪਾਂ ਪੜ੍ਹਦੇ ਹਾਂ, ਆਵੋ ਸੰਤ ਪਿਆਰਿਓ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈ ਹੈ। ਕਿ ਉਸ ਕਥਨ ਤੋਂ ਰਹਿਤ ਜਿਹੜਾ ਪਰਮਾਤਮਾ, ਉਹਦੀ ਕਹਾਣੀ ਲੋਕਾਂ ਨੂੰ ਸੁਣਾਓ। ਪਰ ਸੁਣਾਊ ਕੌਣ? ਜਿਹੜਾ ਜਾਗੂਗਾ। ਜਾਗੂ ਕੌਣ? ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰੂ। ਉਹਦਾ ਕੀਰਤਨ ਸੋਹਲੇ ਦੀ ਬਾਣੀ 'ਚ ਹਰ ਰੋਜ਼ ਪੜ੍ਹਦੇ ਨਾ ਆਪਾਂ, ਜਿਸੇ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤੈਨ ਜਾਨੀ।
ਜਿਹਨੇ ਹੁਣ ਆਪ ਬੰਦਗੀ ਕਰਨੀ ਹੀ ਨਹੀਂ, ਕੱਲਾ ਭੇਖਦਾ ਸੰਤ ਆ, ਉਹ ਨਹੀਂ ਫਿਰ ਪਰਮਾਤਮਾ ਦੀ ਕਹਾਣੀ ਸੁਣਾਉਂਦਾ। ਉਹਦਾ ਤਾਂ ਮਨ ਡਰਦਾ। ਮਨ ਮੁਖ ਬੁੱਧ ਕਾਚੀ, ਮਨੁਆ ਡੋਲੇ ਕਥੇ ਨਾ ਅਕਥ ਕਹਾਣੀ। ਉਹ ਤਾਂ ਫਿਰ ਸੰਸਾਰ ਦੀਆਂ ਹੋਰ ਗੱਲਾਂ ਕਰਨਗੇ। ਅਸੰਤ ਅਨਾੜੀ ਕਛੂ ਨਾ ਬੁੱਝੈ, ਕਥਨੀ ਕਰੈ ਮਾਇਆ ਨੋ ਲੁੱਝੈ। ਅੰਧ ਅਗਿਆਨੀ ਕਛੂ ਨਾ ਸੁਝੈ। ਉਹਨਾਂ ਮਹਾਂਪੁਰਖਾਂ ਨੇ ਉਸ ਪ੍ਰਮਾਤਮਾ ਦੀ ਕਹਾਣੀ ਸੁਣਾ ਕੇ ਜੀਵਾਂ ਨੂੰ ਗੁਰੂ ਨਾਲ ਤੇ ਪ੍ਰਮਾਤਮਾ ਨਾਲ ਜੋੜਿਆ। ਆਓ ਹੁਣ ਚੱਲੀਏ ਆਪਾਂ ਆਪਣੇ ਜੀਵਨ ਦੀ ਕਹਾਣੀ ਲੈ ਕੇ, ਕਿਉਂਕਿ ਸਾਖੀ ਆਪਦੀ ਆਪਾਂ ਸੁਣੀਏ। ਜਿੰਨਾ ਚਿਰ ਅਸੀਂ ਆਪਦੀ ਸਾਖੀ ਨਹੀਂ ਸੁਣਦੇ, ਉਨਾ ਚਿਰ ਸਾਡੇ ਜੀਵਨ ਦੇ ਅੰਦਰ ਵੀ ਹਨੇਰਾ। ਇਸ ਕਰਕੇ ਮਹਾਰਾਜ ਆਪਾਂ ਨੂੰ ਸਮਝਾ ਰਹੇ ਹਨ, ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ। ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੇ 84 ਲੱਖ ਜੂਨ ਦੀ ਸਰਦਾਰੀ ਬਖਸ਼ੀ ਹੈ, ਤੇ ਇਸ ਅੰਦਰ ਆਪਾਂ ਨੂੰ ਅਕਲ ਦੀ ਕਲਾ ਦੇ ਕੇ ਭੇਜਿਆ ਕਿ ਇਸ ਅਕਲ ਦੀ ਕਲਾ ਦੁਆਰਾ ਤੁਸੀਂ ਆਪਣੇ ਜੀਵਨ ਦੇ ਅੰਦਰ ਇੱਕ ਖੇਡ ਖੇਡਣ ਵਾਸਤੇ ਜਾਣਾ। ਤੁਹਾਡੀ ਜਿਹੜੀ ਖੇਡ ਆ ਉਹਦਾ ਸਮਾਂ ਨਿਸ਼ਚਿਤ ਕੀਤਾ ਹੋਇਆ। ਜਦੋਂ ਪੂਰਾ ਹੋ ਗਿਆ, ਤੁਹਾਨੂੰ ਇਹ ਸਰੀਰ ਰੂਪੀ ਗਰਾਊਂਡ ਚੋਂ ਬਾਹਰ ਕਰ ਦਿੱਤਾ ਜਾਣਾ। ਤੁਹਾਡੀ ਖੇਡ ਦਾ ਸਮਾਂ ਸਮਾਪਤ। ਸਮਾਂ ਰਹਿੰਦੇ ਰਹਿੰਦੇ ਜੇ ਤੁਸੀਂ ਆਪਣੇ ਜੀਵਨ ਦੀ ਬਾਜੀ ਜਿੱਤ ਗਏ ਤਾਂ ਜਿੱਥੋਂ ਚੱਲੇ ਹੋ ਉਹਦੇ 'ਚ ਮਿਲ ਜਾਓਗੇ। ਜੇ ਨਾ ਜਿੱਤੀ ਗਈ ਬਾਜੀ ਤਾਂ ਦੁਬਾਰੇ ਫੇਰ ਇਹ 84 ਲੱਖ ਜੂਨ ਦਾ ਚੱਕਰ ਤੁਹਾਨੂੰ ਝੱਲਣਾ ਪੈਣਾ। ਖੇਡ ਜਿੱਤੀ ਕਿੱਥੇ ਜਾ ਕੇ ਜਾਂਦੀ ਹੈ? ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਪਾਂਚ ਤਤ ਤੇ ਤਨ ਰਚਿਓ, ਜਾਨੋ ਚਤਰ ਸੁਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਕਿ ਜਿੱਥੋਂ ਅਸੀਂ ਪੈਦਾ ਹੋਏ ਹਾਂ, ਜਿੰਨਾ ਚਿਰ ਉਸ ਦੇ ਅੰਦਰ ਲੀਨ ਨਹੀਂ ਹੁੰਦੇ, ਉਨਾ ਚਿਰ ਅਸੀਂ ਆਪਣੇ ਜੀਵਨ ਦੀ ਬਾਜੀ ਜਿੱਤ ਹੀ ਨਹੀਂ ਸਕਦੇ, ਜਿੰਨਾ ਕੋਈ ਮਰਜ਼ੀ ਯਤਨ ਕਰ ਲੇ। ਹੁਣ ਆਪਾਂ ਪੈਦਾ ਕਿੱਥੋਂ ਹੋਏ ਆ? ਆਪਾਂ ਨੂੰ ਨਹੀਂ ਭੇਦ ਆਉਣਾ ਇਹਨਾਂ ਗੱਲਾਂ ਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫਿਰ ਸਾਨੂੰ ਬੜਾ ਸੌਖਾ ਕਰਕੇ ਸਮਝਾ ਰਹੀ ਹੈ। ਇਸੇ ਕਰਕੇ ਹੁਕਮ ਕੀਤਾ ਗਿਆ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਆਪਾਂ ਨੂੰ ਸਮਝਾਇਆ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ, ਕਿ ਆਪਾਂ ਸਾਰੇ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਚੋਂ ਪੈਦਾ ਹੋਏ ਆ, ਤੇ ਮੂਲ ਹੈ ਸਾਡਾ ਸਾਰਿਆਂ ਦਾ ਸੱਚ। ਜਿੰਨਾ ਚਿਰ ਹੁਣ ਅਸੀਂ ਉਸ ਇੱਕ ਦੇ ਅੰਦਰ ਮਿਲ ਨਹੀਂ ਜਾਂਦੇ, ਉਨਾ ਚਿਰ ਜੀਵਨ ਦੀ ਬਾਜੀ ਆਪਾਂ ਹਾਰਦੇ ਹਾਂ। ਯਤਨ ਕਰਦਾ ਹਰੇਕ ਇਨਸਾਨ, ਯਤਨ ਕਰਨੇ ਵੀ ਚਾਹੀਦੇ ਆ, ਤੇ ਪਰ ਯਤਨ ਕਰਨ ਦੇ ਬਾਵਜੂਦ ਫਿਰ ਵੀ ਮਹਾਰਾਜ ਕਹਿੰਦੇ ਕਾਲ ਦੇ ਅੰਦਰ ਗਰਸਿਆ ਜਾਂਦਾ ਜੀਵ। ਸਮਝਾਇਆ ਆਪਾਂ ਨੂੰ, ਕਹਿੰਦੇ ਵੇਦ ਪੁਰਾਨ ਸਭੇ ਮਤ ਸੁਣ ਕੇ, ਕਰੀ ਕਰਮ ਕੀ ਆਸਾ। ਜੀਵ ਜਿਹੋ ਜਿਹੇ ਧਰਮ ਅੰਦਰ ਪੈਦਾ ਹੋਇਆ, ਉਸ ਅਨੁਸਾਰ ਧਰਮ ਦੀ ਸਿੱਖਿਆ ਲੈਂਦਾ। ਵੇਦ ਪੁਰਾਨ ਸਭੇ ਮਤ ਸੁਣ ਕੇ, ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਸਭ ਲੋਕ ਸਿਆਣੇ, ਉਠ ਪੰਡਤ ਪੈ ਚੱਲੇ ਨਰਾਸਾ। ਕਹਿੰਦੇ ਸਿਆਣਾ ਵੀ ਹੋ ਗਿਆ, ਗੁਰੂ ਦੀ ਸਿੱਖਿਆ ਵੀ ਲੈ ਲਈ, ਪਰ ਕਾਲ ਨੇ ਫੇਰ ਵੀ ਗ੍ਰਸ ਲਿਆ। ਕਾਲ ਗ੍ਰਸਤ ਸਭ ਲੋਕ ਸਿਆਣੇ, ਉਠ ਪੰਡਤ ਪੈ ਚੱਲੇ ਨਰਾਸਾ। ਪੰਡਤ ਕਹਿੰਦੇ ਨੇ ਵਿਦਵਾਨ ਨੂੰ, ਜਿਹਦੇ ਕੋਲੇ ਬਹੁਤ ਵਿਦਿਆ ਹੋਵੇ। ਕਹਿੰਦੇ ਸਿਆਣਾ ਵੀ ਹੋ ਗਿਆ, ਪਰ ਕਾਲ ਨੇ ਫੇਰ ਗ੍ਰਸ ਲਿਆ। ਜਦੋਂ ਸਾਡੇ ਕੋਲੇ ਜ਼ਿਆਦਾ ਸਿਆਣਪ ਹੁੰਦੀ ਹੈ ਨਾ, ਕਈ ਵਾਰ ਅਸੀਂ ਗੁਰੂ ਦੀ ਗੱਲ ਤੇ ਵੀ ਵਿਸ਼ਵਾਸ ਕਰਨਾ ਘੱਟ ਕਰ ਦਿੰਦੇ ਹਾਂ, ਜ਼ਿਆਦਾ ਜਦੋਂ ਬੰਦਾ ਸਿਆਣਾ ਹੁੰਦਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ, ਸਿੱਖ ਬੈਠੇ,
ਹੁਕਮਾਂ ਵੀ ਨਾਲ ਦੀ ਨਾਲ ਇਤਿਹਾਸ ਦੀ ਵਿਚਾਰ ਵੀ ਹੋਵੇ। ਮਹਾਰਾਜ ਸੁਭਾਵ ਕੀ ਆ ਕਿ ਕਹਿੰਦੇ ਵੀ ਗੁਰਮੁਖੋ ਇਉਂ ਦੱਸੋ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਬਾਕੀ ਸੰਗਤ ਤਾਂ ਚੁੱਪ ਕਰ ਗਈ। ਭਾਈ ਗੁਰਦਾਸ ਜੀ ਬੈਠੇ ਸੀ, ਸਿੱਖ ਉਹਨੂੰ ਕਹਿੰਦੇ ਜੀ ਭਾਈ ਗੁਰਦਾਸ ਜੀ ਨੂੰ ਪੁੱਛ ਲਓ, ਸਾਨੂੰ ਤਾਂ ਪਤਾ ਨਹੀਂ। ਉਹ ਸਿਆਣਾ ਕਹਾਉਂਦਾ ਸੀ ਆਪਦੇ ਆਪ ਨੂੰ। ਦੱਸੋ ਭਾਈ ਗੁਰਦਾਸ ਜੀ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਉਹ ਕਹਿੰਦਾ ਜੀ ਜੇ ਗੁਰੂ ਕਿਤੇ ਸਾਂਗ ਵਰਤ ਦੇਵੇ ਨਾ, ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਦਾ। ਜੇ ਗੁਰ ਸਾਂਗ ਵਰਤਦਾ, ਸਿੱਖ ਸਿਦਕ ਨਾ ਹਾਰੇ। ਮਹਾਰਾਜ ਬਹੁਤ ਹੱਸੇ, ਕਹਿੰਦੇ ਭਾਈ ਗੁਰਦਾਸ ਜੀ ਜੇ ਭਲਾ ਕਿਤੇ ਗੁਰੂ ਸਾਂਗ ਵਰਤ ਦੇਵੇ, ਸਿੱਖ ਟਿਕ ਸਕਦਾ? ਉਹ ਕਹਿੰਦਾ ਜੀ ਟਿਕਣਾ ਚਾਹੀਦਾ। ਮਾਮੂਲੀ ਜੀ ਹਉਮੈ ਪਾਸੀ ਉੱਥੇ। ਮਹਾਰਾਜ ਜੀ ਕਹਿੰਦੇ ਠੀਕ ਆ, ਚੰਗੀ ਗੱਲ ਆ ਭਾਈ। ਥੋੜੇ ਜਿਹੇ ਸਮੇਂ ਬਾਅਦ ਆਪਾਂ ਨੂੰ ਸਿੱਖਿਆ ਦੇਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਇਉਂ ਕਰੋ ਜੀ, ਕਾਬਲ ਤੋਂ ਘੋੜੇ ਖਰੀਦ ਕੇ ਲਿਆਓ। ਸਿੱਖ ਭੇਜਤੇ, ਨਾਲ ਚੰਗੇ ਪੈਸੇ ਦੇ ਕੇ ਭੇਜੇ। ਘੋੜੇ ਖਰੀਦ ਲਏ ਪਠਾਣਾ ਤੋਂ, ਤੇ ਜਿੱਥੇ ਤੰਬੂ ਚ ਰਹਿ ਸੀ ਪੈਸੇ ਉੱਥੇ ਆ ਕੇ ਅਦਾ ਕਰਨੇ ਸੀ ਘੋੜਿਆਂ ਦੇ। ਪਠਾਨ ਬਾਹਰ ਖੜ ਗਏ ਤੇ ਇਲਾਕਾ ਵੀ ਪਠਾਣਾ ਦਾ। ਅੰਦਰ ਪੈਸੇ ਲੈਣ ਗਏ ਭਾਈ ਗੁਰਦਾਸ ਜੀ। ਗੁਰੂ ਨੇ ਸਾਂਗ ਵਰਤਦਾ, ਉਹੀ ਪੈਸੇ ਸੀ, ਉਹੀ ਸਾਰਾ ਕੁਝ ਸੀ। ਡਿਕਰੀਆਂ ਦਿਸਣੀਆਂ ਸ਼ੁਰੂ ਹੋ ਗਈਆਂ, ਤਬਦੀਲ ਹੋ ਗਈ ਦੇਖਣ ਦੀ ਜਿਹੜੀ ਸੁਤਾ ਸੀ। ਡਿਕਰੀਆਂ ਸ਼ੁਰੂ ਹੋਈਆਂ, ਸਸੋ ਪੰਚ ਪੈ ਗਿਆ ਬਈ ਹੁਣ ਜੇ ਬਾਹਰ ਜਾ ਕੇ ਪੈਸੇ ਨਾ ਦਿੱਤੇ, ਪਠਾਣਾ ਦਾ ਇਲਾਕਾ ਮਾਰ ਬੜੀ ਪਊਗੀ। ਕੁਝ ਸਮਾਂ ਅੰਦਰ ਟਿਕਿਆ, ਤੰਬੂ ਪਾੜ ਕੇ ਪਿੱਛੋਂ ਦੀ ਭੱਜ ਗਿਆ। ਬਾਹਰ ਖੜੇ ਰਹੇ ਸਿੱਖ ਪਠਾਣਾ ਦੇ ਨਾਲ। ਜਦੋਂ ਕਾਫੀ ਸਮਾਂ ਗੁਜ਼ਰਿਆ, ਉਹ ਕਹਿੰਦੇ ਜੀ ਵੀ ਗੁਰਦਾਸ ਜੀ ਬਾਹਰ ਹੀ ਨਹੀਂ ਆਏ। ਜਦੋਂ ਅੰਦਰ ਜਾ ਕੇ ਵੇਖਿਆ ਪੈਸੇ ਖਿਲਰੇ ਪਏ ਆ, ਤੇ ਪਿਛਲੇ ਪਾਸੋਂ ਤੰਬੂ ਪਾਟਿਆ ਹੋਇਆ, ਗੁਰਦਾਸ ਜੀ ਅੰਦਰ ਹੈ ਨਹੀਂ। ਚਲੋ ਪੈਸੇ ਉਤਾਰਤੇ ਘੋੜਿਆਂ ਦੇ, ਤੇ ਅੰਮ੍ਰਿਤਸਰ ਪਹੁੰਚ ਗਏ। ਆ ਕੇ ਮਹਾਰਾਜ ਨੂੰ ਸਾਰੀ ਗੱਲ ਦੱਸੀ। ਕਹਿੰਦੇ ਜੀ ਇਹ ਭਾਣਾ ਬੀਤਿਆ। ਮਹਾਰਾਜ ਕਹਿੰਦੇ ਕੋਈ ਨਹੀਂ, ਕਿਤੇ ਵਧੀਆ ਥਾਂ ਚਲਿਆ ਗਿਆ ਉਹ। ਚਲਿਆ ਕਿੱਥੇ ਗਿਆ? ਕਾਂਸੀ। ਇੰਨੀ ਕੁ ਵਾਹਿਗੁਰੂ ਦੀ ਕਿਰਪਾ ਰਹੀ, ਉੱਥੇ ਜਾ ਕੇ ਵੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਰੀ ਗਿਆ। ਤੇ ਗੁਰੂ ਨੂੰ ਫਿਰ ਪੈਜ ਰੱਖਣੀ ਪੈਂਦੀ ਹੈ। ਗੁਰਬਾਣੀ 'ਚ ਲਿਖਿਆ ਜੋ ਹੈ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਵਡਿਆਈ ਕਰੀ ਗਿਆ। ਉੱਥੋਂ ਦੇ ਰਾਜੇ ਨੂੰ ਪਤਾ ਲੱਗਿਆ ਕਿ ਇੱਕ ਸਿੱਖ ਆਇਆ, ਬੜੀ ਵਧੀਆ ਗੱਲ ਸੁਣਾਉਂਦਾ। ਉਹਨੂੰ ਆਪਦੇ ਦਰਬਾਰ 'ਚ ਸੱਦਿਆ ਕਿ ਭਾਈ ਸਾਨੂੰ ਵੀ ਕਥਾ ਕਹਾਣੀ ਸੁਣਾ। ਜਦੋਂ ਸੁਣਾਈ, ਰਾਜੇ ਦਾ ਬੜਾ ਮਨ ਟਿਕਾਓ 'ਚ ਆਇਆ। ਉਹਨੇ ਹੁਕਮ ਕਰਤਾ ਕਿ ਹਰ ਰੋਜ਼ ਮੇਰੇ ਦਰਬਾਰ 'ਚ ਆ ਕੇ ਇਹ ਗੁਰੂ ਦੀ ਗੱਲ ਸੁਣਾਇਆ ਕਰ। ਸੁਣੀ ਗਿਆ, ਮਨ ਨੂੰ ਸ਼ਾਂਤੀ ਆਇਆ ਕਰੇ ਜਦੋਂ ਪ੍ਰਮਾਤਮਾ ਦੀ ਗੱਲ ਸੁਣੇ। ਇੱਕ ਪ੍ਰੈਕਟੀਕਲ ਆਪਾਂ ਕਰ ਲਿਓ। ਸਤ ਸੰਗਤ ਕਿਹਨੂੰ ਕਹਿੰਦੇ ਆ? ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ। ਜਿੱਥੇ ਕੇਵਲ ਪ੍ਰਮਾਤਮਾ ਦੀ ਗੱਲ ਹੋਊਗੀ, ਉੱਥੇ ਸਾਡੇ ਮਨ ਨੂੰ ਸ਼ਾਂਤੀ ਆਊਗੀ। ਪਤਾ ਨਹੀਂ ਲੱਗੂਗਾ ਸਮਾਂ ਕਦੋਂ ਬੀਤ ਗਿਆ। ਹੌਲੀ ਹੌਲੀ ਇੰਨਾ ਪ੍ਰੇਮ ਬਣ ਗਿਆ। ਇੱਕ ਦਿਨ ਰਾਜਾ ਕਹਿੰਦਾ ਭਾਈ ਗੁਰਦਾਸ ਜੀ, ਉਹਨੂੰ ਆਪਣਾ ਗੁਰੂ ਵੀ ਮੰਨਣਾ ਸ਼ੁਰੂ ਕਰਤਾ ਰਾਜੇ ਨੇ। ਕਹਿੰਦਾ ਇਉਂ ਦੱਸ ਵੀ ਜਿਹੜਾ ਤੇਰਾ ਗੁਰੂ ਆ ਉਹ ਕਿੱਥੇ ਰਹਿੰਦਾ? ਉਹ ਕਹਿੰਦਾ ਜੀ ਅੰਮ੍ਰਿਤਸਰ ਰਹਿੰਦੇ ਆ। ਚੱਲ ਫਿਰ ਸਾਨੂੰ ਦਰਸ਼ਨ ਕਰਵਾ ਕੇ ਤੇ ਆਪਦੇ ਗੁਰੂ ਦੇ। ਹੁਣ ਕੀ ਦੱਸੇ ਕਿ ਮੈਂ ਤਾਂ ਭਗੌੜਾ ਹੋ ਕੇ ਆਇਆ, ਉੱਥੋਂ ਭੱਜ ਕੇ ਆਇਆ। ਟਾਲਦਾ ਰਿਹਾ ਪਹਿਲੋਂ। ਇੱਕ ਦਿਨ ਰਾਜਾ ਜਦੋਂ ਬਹੁਤਾ ਹੀ ਖੇੜੇ ਪਿਆ ਕਿ ਭਾਈ ਗੁਰਦਾਸ ਜੀ ਹੁਣ ਸਾਤੋਂ ਗੁਰੂ ਦਾ ਵਿਛੋੜਾ ਤੁਹਾਡੇ ਦਾ ਨਹੀਂ ਚੱਲਿਆ ਜਾਂਦਾ, ਜਲਦੀ ਕਰੋ, ਸਾਨੂੰ ਉਹਨਾਂ ਦੇ ਦਰਸ਼ਨ ਕਰਵਾਓ। ਘਰੇ ਆਇਆ। ਘਰੇ ਆ ਕੇ ਫਿਰ ਹਉਮੈ ਦੂਰ ਹੋਈ। ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਕਿ ਸਤਿਗੁਰੂ, ਮੈਂ ਤਾਂ ਭੁੱਲਣਹਾਰ ਹਾਂ, ਤੂੰ ਤਾਂ ਬਖਸ਼ਣਹਾਰ ਹਾਂ।
ਰਾਜਾ ਮੈਨੂੰ ਕਹਿੰਦਾ ਤੇਰੇ ਦਰਸ਼ਨ ਕਰਵਾ, ਹੁਣ ਮੈਂ ਕਿਹੜਾ ਮੂੰਹ ਲੈ ਕੇ ਆਵਾਂ ਤੇਰੇ ਕੋਲੇ, ਕੋਈ ਵਿਧੀ ਬਣਾਓ। ਫਿਰ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਧਰ ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਚਿੱਠੀ ਲਿਖੀ ਤੇ 2 ਸਿੱਖ ਭੇਜੇ ਆਪਣੇ, ਕਹਿੰਦੇ ਜਾਓ ਕਾਂਸੀ ਦੇ ਰਾਜੇ ਨੂੰ ਫੜਾ ਦਿਓ ਚਿੱਠੀ। ਗਏ, ਚਿੱਠੀ ਫੜਾਈ। ਚਿੱਠੀ ਤੇ ਲਿਖਿਆ ਕੀ ਹੈ ਕਿ ਰਾਜਾ ਤੇਰੇ ਦਰਬਾਰ 'ਚ ਸਾਡਾ ਇੱਕ ਚੋਰ ਰਹਿੰਦਾ ਜਿਹਦਾ ਨਾਮ ਆ ਗੁਰਦਾਸ, ਉਹ ਸਾਡੀ ਚੋਰੀ ਕਰਕੇ ਭੱਜਿਆ। ਜੇ ਤੂੰ ਹੁਣ ਸਾਡਾ ਸੇਵਕ ਕਹਾਉਣਾ ਤਾਂ ਸਾਡਾ ਹੁਕਮ ਆ ਉਹਨੂੰ ਮੁਸ਼ਕਾਂ ਬੰਨ੍ਹ ਕੇ ਸਾਡੇ ਪੇਸ਼ ਕਰ ਦੇ। ਰਾਜੇ ਨੇ ਸੋਚਿਆ ਵੀ ਕਿਹੜਾ ਗੁਰਦਾਸ ਹੋਇਆ ਇਹ, ਆ ਜਿਹੜੇ ਗੁਰਦਾਸ ਤੋਂ ਮੈਂ ਗੁਰੂ ਦੀ ਗੱਲ ਸੁਣਦਾ ਇਹ ਤਾਂ ਨਹੀਂ ਚੋਰ ਹੋ ਸਕਦਾ। ਬਈ ਚਲੋ ਇਹ ਜਾਣਦਾ ਜ਼ਰੂਰ ਹੋਊਗਾ ਉਸ ਚੋਰ ਨੂੰ। ਜਦੋਂ ਪਹੁੰਚੇ ਜਿੱਥੇ ਰਿਹਾਇਸ਼ ਸੀ ਤੇ ਉਧਰੋਂ ਭਾਈ ਗੁਰਦਾਸ ਜੀ ਵਿਰਾਗੀ ਹੋਏ ਵੇ ਬੇਨਤੀਆਂ ਕਰ ਰਹੇ ਆ ਸਤਿਗੁਰ ਦੇ ਚਰਨਾਂ 'ਚ। ਆਵਾਜ਼ ਮਾਰੀ, ਪੁੱਛਿਆ ਭਾਈ ਗੁਰਦਾਸ ਜੀ ਇੰਨੇ ਵਿਰਾਗੀ ਹੋਏ ਹੋ? ਕਹਿੰਦਾ ਜੀ ਬਸ ਊਂ ਹੋ ਜਾਂਦਾ ਕਿਤੇ ਕਿਤੇ। ਦੱਸੋ ਤੁਸੀਂ ਆਏ ਹੋ? ਕਹਿੰਦੇ ਆ ਚਿੱਠੀ ਆਈ ਆ ਤੇਰੇ ਗੁਰੂ ਦੀ, ਉਹਨੇ ਸਾਨੂੰ ਲਿਖ ਕੇ ਭੇਜਿਆ ਕਿ ਉਹਨਾਂ ਦੀ ਕੋਈ ਚੋਰੀ ਕਰਕੇ ਭੱਜਿਆ ਬੰਦਾ, ਨਾ ਹੈ ਉਹਦਾ ਗੁਰਦਾਸ, ਵੀ ਤੂੰ ਹੁਣ ਸਾਡੀ ਮਦਦ ਕਰ, ਆਪਾਂ ਉਹਨਾਂ ਦਾ ਚੋਰ ਫੜ ਕੇ ਉਹਨਾਂ ਦੇ ਕੋਲੇ ਪੇਸ਼ ਕਰਕੇ ਆਪਾਂ ਖੁਸ਼ੀ ਪ੍ਰਾਪਤ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਜੀ ਉਹ ਚੋਰ ਕੋਈ ਹੋਰ ਨਹੀਂ, ਫਿਰ ਮੈਂ ਹੀ ਆ। ਰਾਜਾ ਹੁਣ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਜਿਹੜਾ ਇੰਨੀ ਗੱਲ ਕਰਦਾ ਗੁਰੂ ਦੀ, ਇਹ ਚੋਰੀ ਕਿਵੇਂ ਕਰ ਸਕਦਾ। ਯਤਨ ਕਰਨ ਤੋਂ ਬਾਅਦ ਰਾਜੇ ਨੂੰ ਮਨਾ ਲਿਆ। ਰਾਜਾ ਸਾਹਿਬ ਹੋਰ ਦੱਸੋ ਕੀ ਲਿਖਿਆ ਗੁਰੂ ਨੇ? ਉਹ ਕਹਿੰਦੇ ਉਹਨਾਂ ਨੇ ਲਿਖਿਆ ਕਿ ਜੇ ਰਾਜਾ ਸਾਹਿਬ ਤੂੰ ਸਾਡੀ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਤਾਂ ਸਾਡੇ ਚੋਰ ਨੂੰ ਫੜ ਕੇ ਉਹਦੀਆਂ ਮੁਸ਼ਕਾਂ ਬੰਨ੍ਹ ਕੇ ਸਾਡੇ ਪੇਸ਼ ਕਰ ਦੇ। ਉਹ ਕਹਿੰਦਾ ਜੀ ਫਿਰ ਦੇਰੀ ਨਾ ਕਰੋ, ਮੇਰੀਆਂ ਮੁਸ਼ਕਾਂ ਬੰਨੋ ਤੇ ਲੈ ਚੱਲੋ ਮੈਨੂੰ। ਹੁਣ ਰਾਜੇ ਸਿਆਣੇ ਹੁੰਦੇ ਆ, ਉਹ ਕਹਿੰਦਾ ਇਉਂ ਨਹੀਂ, ਮੈਂ ਤੈਨੂੰ ਆਪ ਦਾ ਗੁਰੂ ਮੰਨੀ ਬੈਠਾ, ਇਹ ਹੁਕਮ ਆ ਤੇਰੇ ਗੁਰੂ ਦਾ, ਮੈਂ ਇੱਥੋਂ ਨਹੀਂ ਤੇਰੀਆਂ ਮੁਸ਼ਕਾਂ ਬੰਨ੍ਹ ਕੇ ਲਿਜਾ ਸਕਦਾ। ਉਹ ਕਹਿੰਦਾ ਜੀ ਫਿਰ ਗੁਰੂ ਦਾ ਹੁਕਮ ਨਹੀਂ ਪਾਲਿਆ ਜਾਣਾ ਆਪਾਂ ਤੋਂ। ਉਹ ਕਹਿੰਦੇ ਉਹਨਾਂ ਨੇ ਇਉਂ ਲਿਖਿਆ ਵੀ ਸਾਡੇ ਦਰਬਾਰ 'ਚ ਮੁਸ਼ਕਾਂ ਬੰਨ੍ਹ ਕੇ ਪੇਸ਼ ਕਰਿਓ, ਜਦੋਂ ਆਪਾਂ ਦਰਬਾਰ ਕੋਲੇ ਚੱਲਾਂਗੇ ਮੁਸ਼ਕਾਂ ਬੰਨ੍ਹ ਲਾਂਗੇ ਤੇਰੀਆਂ। ਪਹੁੰਚ ਗਏ ਤੇ ਉੱਥੇ ਜਾ ਕੇ ਮੁਸ਼ਕਾਂ ਬੰਨ੍ਹੀਆਂ ਗਈਆਂ, ਪੇਸ਼ ਕੀਤਾ। ਮਹਾਰਾਜ ਉੱਠੇ, ਭਾਈ ਗੁਰਦਾਸ ਜੀ ਕੋਲੇ ਆਏ ਤੇ ਬਰਾਗੀ ਹੋ ਗਿਆ। ਖੇਡ ਤਾਂ ਇਹੀ ਸੀ। ਮਹਾਰਾਜ ਕਹਿੰਦੇ ਕਿਉਂ ਭਾਈ ਗੁਰਦਾਸ ਜੀ, ਸਿੱਖ ਕਿਹੋ ਜਿਹਾ ਹੋਣਾ ਚਾਹੀਦਾ? ਕਹਿੰਦਾ ਜੀ ਜੇ ਗੁਰਸਾਂਗ ਵਰਤਦਾ ਕੀ ਸਿੱਖ ਵਿਚਾਰਦਾ। ਕਹਿੰਦਾ ਸਿੱਖ ਕੀ ਕਰ ਸਕਦਾ ਜੇ ਗੁਰੂ ਹੀ ਸਾਂਗ ਵਰਤ ਦੇਵੇ। ਇਸ ਕਰਕੇ ਗੁਰਮੁਖੋ ਗੁਰੂ ਏਡੀ ਵੱਡੀ ਪਾਵਰ ਰੱਖਦਾ। ਅੱਗੇ ਵੀ ਆਪਾਂ ਇੱਕ ਦਿਨ ਗੱਲ ਕਰੀ ਸੀ ਕਿ 10ਵੇਂ ਪਾਤਸ਼ਾਹ ਮਹਾਰਾਜ ਨੂੰ ਦੀਨੇ ਦੀ ਧਰਤੀ ਤੇ ਫਿਰ ਸਿੱਖਾਂ ਨੇ ਵਿਰਾਗੀ ਹੋ ਕੇ ਬੇਨਤੀ ਕੀਤੀ ਕਿ ਮਹਾਰਾਜ ਔਰੰਗਜ਼ੇਬ ਇੰਨਾ ਆਪਣੇ ਨਾਲ ਬੈਰ ਬੰਨ੍ਹਦਾ, ਇੰਨਾ ਆਪਣਾ ਨੁਕਸਾਨ ਕਰਤਾ, ਤੁਸੀਂ ਏਡੀ ਵੱਡੀ ਪਾਵਰ ਹੋ, ਉਹਨੂੰ ਕੁਝ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੱਸੋ ਫਿਰ ਕੀ ਕਰਨਾ, ਕਲਮ ਨਾ ਖਤਮ ਕਰ ਦਈਏ ਕਿ ਲੜਾਈ ਕਰੀਏ? ਉਹ ਸਿਆਣੇ ਕਹਿੰਦੇ ਜੀ ਜੇ ਕਲਮ ਨਾ ਕੰਮ ਨਿਬੜਦਾ ਫਿਰ ਲੜਾਈ ਕਾਹਦੀ ਖਾਤਰ ਕਰਨੀ ਆ। ਜ਼ਫਰਨਾਮਾ ਲਿਖ ਕੇ ਹੀ ਮਹਾਰਾਜ ਨੇ ਖਤਮ ਕਰਤਾ ਔਰੰਗਜ਼ੇਬ ਨੂੰ। ਆਪਾਂ ਨੂੰ ਉਹਨਾਂ ਨੇ ਹੁਕਮ ਕਰਿਆ, ਹੁਣ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੇ ਹੁਣ ਆਪਣੇ ਮਨ 'ਚ ਥੋੜ੍ਹਾ ਬਹੁਤਾ ਵੀ ਪਿਆਰ ਆ, ਪਰਉਪਕਾਰ ਆਪਾਂ ਯਾਦ ਰੱਖਦੇ ਹਾਂ, ਪਹਿਲੀ ਤਾਂ ਗੱਲ ਆ ਵੀ ਆਪਾਂ ਮਨ 'ਚ ਵਸਾ ਲਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਣਾ। ਇੰਨੀ ਕੁ ਖੁਸ਼ੀ ਤਾਂ ਆਪਾਂ ਲੈ ਲਈਏ। ਤੇ ਇਹ ਗੁਰੂ ਇਕੱਲਾ ਆਪਣਾ ਨਹੀਂ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਮੁੱਚੀ ਮਨੁੱਖਤਾ ਦੇ ਲਈ ਇਹ ਆਪਾਂ ਨੂੰ ਬਖਸ਼ਿਸ਼ ਕੀਤਾ ਗਿਆ ਗਿਆਨ।
ਪਰ ਖਿਆਲ ਰੱਖਣਾ, ਹਉਮੈ ਦਾ ਤਿਆਗ ਰੱਖਣਾ ਪਊਗਾ। ਇੱਥੇ ਫਿਰ ਸਮਝਾਉਣਾ ਸ਼ੁਰੂ ਕੀਤਾ। ਮਹਾਰਾਜ ਕਹਿੰਦੇ ਵੇਦ ਪੁਰਾਨ ਸਭੇ ਮਤ ਸੁਣ ਕੇ ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਕ ਸਿਆਣੇ, ਉਠ ਪੰਡਤ ਪੈ ਚੱਲੇ ਨਰਾਸਾ। ਕਹਿੰਦੇ ਇਹ ਸੰਸਾਰ 'ਚੋਂ ਆਪਦੇ ਆਪ ਨੂੰ ਸਿਆਣੇ ਕਹਾਉਣ ਵਾਲੇ, ਵਿਦਵਾਨ ਕਹਾਉਣ ਵਾਲੇ ਕਾਲ 'ਚ ਗਰਸੇ ਗਏ। ਕਾਰਨ ਕੀ? ਮਨ ਰੇ ਸਰਿਓ ਨਾ ਇੱਕੈ ਕਾਜਾ। ਕਹਿੰਦੇ ਇੱਕ ਕੰਮ ਨਹੀਂ ਉਹਨਾਂ ਨੇ ਕੀਤਾ। ਸਿਆਣੇ ਤਾਂ ਹੋ ਗਏ, ਵਿਦਵਾਨ ਵੀ ਬੜੇ ਬਣ ਗਏ, ਭਜਿਓ ਨਾ ਰਗਪਤ ਰਾਜਾ। ਉਹ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਆ, ਉਹਦਾ ਸਿਮਰਨ ਨਹੀਂ ਕੀਤਾ, ਉਹਦੀ ਬੰਦਗੀ ਨਹੀਂ ਕੀਤੀ। ਸਿਆਣੇ ਤਾਂ ਬਹੁਤ ਹੋ ਗਏ। ਜੇ ਇਕੱਲੀ ਸਿਆਣਪ ਨਾਲ ਕਹਾਣੀ ਨਿਬੜਦੀ ਹੁੰਦੀ ਨਾ, ਤੇ ਸਤਿਗੁਰ ਨੇ ਬਾਣੀ 'ਚ ਇਹ ਗੱਲਾਂ ਲਿਖਣੀਆਂ ਨਹੀਂ ਸੀ। ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਿਉਂਕਿ ਵਿਦਵਾਨ ਗਿਆਨ ਦੇ ਨਾਲ ਅਸੀਂ ਬਚ ਸਕਦੇ ਹਾਂ ਥੋੜਾ ਸਮਾਂ, ਪਰ ਫਿਰ ਵੀ ਕਾਲ ਦੀ ਝਪਟ ਇਹੋ ਜਿਹੀ ਆ। ਕਾਲ ਗ੍ਰਸਤ ਸਭ ਲੋਕ ਸਿਆਣੇ, ਉਠ ਪੰਡਤ ਪੈ ਚੱਲੇ ਨਰਾਸਾ। ਵੱਡੇ ਵੱਡੇ ਲੋਕ ਇਹ ਸੰਸਾਰ ਦੇ ਅੰਦਰੋਂ ਨਿਰਾਸ਼ ਹੋ ਕੇ ਗਏ। ਮਨ ਰੇ ਸਰਿਓ ਨਾ ਇੱਕੈ ਕਾਜਾ, ਭਜਿਓ ਨਾ ਰਗਪਤ ਰਾਜਾ। ਬਨ ਖੰਡ ਜਾਏ ਜੋਗ ਤਪ ਕੀਨੋ। ਲੋਕਾਂ ਨੇ ਇੱਕ ਕਾਲ ਦੀ ਝਪਟ ਤੋਂ ਬਚਣ ਦੇ ਲਈ ਬਣਾ 'ਚ ਗਏ। ਬਨ ਖੰਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਣ ਖਾਇਆ। ਘਰ-ਬਾਰ ਛੱਡੇ ਜੰਗਲਾਂ 'ਚ ਚਲੇ ਗਏ, ਉੱਥੇ ਦਰਖਤਾਂ ਦੇ ਪੱਤੇ ਵਗੈਰਾ ਖਾ ਕੇ ਗੁਜ਼ਾਰਾ ਕੀਤਾ। ਬਨ ਖੰਡ ਜਾਏ ਜੋਗ ਤਪ ਕੀਨੋ, ਕੰਦ ਮੂਲ ਚੁਣ ਖਾਇਆ। ਨਾਦੀ ਬੇਦੀ ਸ਼ਬਦੀ ਮੁੰਨੀ, ਜਮ ਕੇ ਪਟੇ ਲਿਖਾਇਆ। ਨਾਦੀ ਕਹਿੰਦੇ ਨੇ ਜਿਹੜੇ ਬਾਜਾ ਵਜਾ ਕੇ ਮੰਗਦੇ ਫਿਰਦੇ ਆ। ਬੇਦੀ ਕਹਿੰਦੇ ਨੇ ਜਿਹੜੇ ਵੇਦਾਂ ਦਾ ਪਾਠ ਕਰਨ ਵਾਲੇ ਆ। ਨਾਦੀ ਬੇਦੀ ਸ਼ਬਦੀ, ਸ਼ਬਦੀ ਉਹਨਾਂ ਨੂੰ ਕਹਿੰਦੇ ਆ ਜਿਸ ਤਰ੍ਹਾਂ ਉਹ ਦਰ 'ਤੇ ਆ ਕੇ ਇੱਕੋ ਹੀ ਸ਼ਬਦ ਬੋਲਦੇ ਆ। ਜਿਵੇਂ ਆਪਾਂ ਪੰਜਾਬ 'ਚ ਵੇਖਿਆ ਔ ਲਖ ਨਿਰੰਜਨ, ਇਹੋ ਜਿਹੇ ਸ਼ਬਦ ਬੋਲਦੇ ਆ, ਆਪਣੇ ਦਰ 'ਤੇ ਆ ਕੇ ਮੰਗਦੇ ਆ। ਨਾਦੀ ਬੇਦੀ ਸ਼ਬਦੀ ਮੋਨੀ, ਮੋਨੀ ਕਹਿੰਦੇ ਆ ਜਿਹੜੇ ਚੁੱਪ ਕਰਕੇ ਬੈਠਦੇ ਆ। ਜੰਮ ਕੇ ਪਟੈ ਲਿਖਾਇਆ, ਉਹਨਾਂ ਨੇ ਵੀ ਆਪਦਾ ਲੇਖਾ ਪੜਵਾਇਆ ਨਹੀਂ ਗਿਆ, ਲੇਖੇ 'ਚ ਹੀ ਰਹੇ। ਤੇ ਲੇਖਾ ਪਾੜਦਾ ਕਦੋਂ ਆ? ਉਹ ਗੁਰਬਾਣੀ 'ਚ ਆਪਾਂ ਨੂੰ ਬੜਾ ਸੌਖਾ ਜਿਹਾ ਕਰਕੇ ਸਮਝਾਇਆ। ਮਹਾਰਾਜ ਕਹਿੰਦੇ ਚਿੱਤਰ ਗੁਪਤ ਸਭ ਲਿਖਤੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਕਹੋ ਨਾਨਕ ਜੇ ਸਤਿਗੁਰ ਪੂਰਾ, ਬਾਜੇ ਤਾਕੇ ਅਨਹਦ ਤੂਰਾ। ਜਿੰਨਾ ਚਿਰ ਜੀਵ ਭਗਤੀ ਕਰਕੇ ਉਸ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਕਰ ਲੈਂਦਾ, ਉਨਾ ਚਿਰ ਲੇਖੇ ਦੇ ਅੰਦਰ ਹੀ ਰਹੂਗਾ। ਤੇ ਦੂਸਰੇ ਪਾਸੇ ਸਾਨੂੰ ਫਿਰ ਹੌਸਲਾ ਦਿੱਤਾ ਗਿਆ ਕਿ ਆਪਣੇ ਜੀਵਨ 'ਚ ਜਿੰਨੇ ਮਰਜ਼ੀ ਪਾਪ ਹੋ ਗਏ ਹੁਣ ਇਨਸਾਨ ਤੋਂ, ਹੁੰਦੇ ਆਪਾਂ ਤੋਂ ਸਾਰਿਆਂ ਤੋਂ, ਜਾਣੇ ਹੁੰਦੇ ਆ, ਅਣਜਾਣੇ ਹੁੰਦੇ ਆ। ਕਿਉਂ? ਜੇ ਆਪਾਂ ਪਾਪੀ ਨਾ ਹੋਈਏ ਤਾਂ ਪ੍ਰਮਾਤਮਾ ਨੂੰ ਬਖਸ਼ਣਹਾਰ ਕੌਣ ਕਹੂਗਾ? ਇੰਨੇ ਪਾਪ ਹੋ ਜਾਣ ਤੇ ਨਾਮ ਦੀ ਇੱਕ ਕਿਣਕਾ ਆਪਾਂ ਨੂੰ ਮਿਲ ਜੇ, ਮਹਾਰਾਜ ਕਹਿੰਦੇ ਸਾਰੇ ਪਾਪਾਂ ਦਾ ਖੰਡਨ ਕਰ ਦਿੰਦਾ। ਕੱਟੇ ਪਾਪ ਅਸੰਖ, ਨਾਵੈ ਇੱਕ ਕਣੀ। ਪਰਮਾਤਮਾ ਦੇ ਨਾਮ ਦੀ ਇੱਕ ਕਿਣਕਾ, ਜਿਵੇਂ ਇੱਥੇ ਬਾਹਰ ਬਹੁਤ ਕੋਈ ਕੂੜੇ ਕਰਕਟ ਦਾ ਢੇਰ ਲੱਗਿਆ ਹੋਵੇ, ਉਹਦੇ 'ਚ ਇੱਕ ਅੰਗਿਆਰੀ ਰੱਖ ਦਿਓ ਅੱਗ ਦੀ, ਉਹ ਸਾੜ ਕੇ ਸੁਆਹ ਕਰ ਦਿੰਦੀ ਹੈ ਸਾਰੇ ਨੂੰ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਕੱਟੇ ਪਾਪ ਅਸੰਖ, ਨਾਵੈ ਇੱਕ ਕਣੀ। ਜੇ ਹੁਣ ਨਾਮ ਦਾ ਕਿਣਕਾ ਆਪਣੇ ਅੰਦਰ ਵਸਦਾ ਹੀ ਨਹੀਂ ਤੇ ਪਾਪ ਕਿਵੇਂ ਕੱਟੇ ਜਾਣਗੇ? ਗੁਰਬਾਣੀ 'ਚ ਤਾਂ ਹੌਸਲਾ ਦਿੱਤਾ, ਕਿਨਕਾ ਏਕ ਜਹ ਜੀਵ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਹੁਣ ਜਿਹੜੇ ਅਸੀਂ ਧਰਮ ਦੇ ਕਰਮ ਕਰਦੇ ਹਾਂ, ਇਹਨਾਂ ਪਿੱਛੇ ਆਪਾਂ ਵੇਖਣਾ ਕਿ ਸਾਡੇ ਮਨ ਦੀ ਆਸ ਕਿੱਥੇ ਟਿਕੀ ਹੋਈ ਹੈ। ਜੇ ਤਾਂ ਸਿਰਫ ਆਹ ਦੁਨਿਆਵੀ ਪਦਾਰਥਾਂ ਲਈ ਆਪਾਂ ਕਰ ਰਹੇ ਹਾਂ, ਫੇਰ ਤਾਂ ਸਾਡੀ ਉੱਥੇ ਤੱਕ ਟੇਕ ਰਹੂਗੀ। ਜੇ ਇਦੋਂ ਉੱਪਰ ਉੱਠ ਕੇ ਸਾਡੇ ਮਨ ਦੇ ਅੰਦਰ ਉਸ ਪ੍ਰਮਾਤਮਾ ਦੀ ਤੜਫ ਬਣ ਜਾਂਦੀ ਆ,
ਜਿਹਨੂੰ ਮਿਲਣ ਦੀ ਵਾਰੀ ਦੱਸ ਰਹੀ ਹੈ ਗੁਰਬਾਣੀ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫੇਰ ਆਪਣਾ ਜੀਵਨ ਸਫਲ। ਫਿਰ ਤਾਂ ਇੱਥੋਂ ਤੱਕ ਆਪਾਂ ਨੂੰ ਸਮਝਾਇਆ ਗੁਰਬਾਣੀ 'ਚ ਕਿ ਮਿਲਾਪ ਤਾਂ ਚਲੋ ਕਾਫੀ ਮਿਹਨਤ ਕਰਨਾ ਪੈਂਦੀ ਆ, ਪ੍ਰਮਾਤਮਾ ਕਿਰਪਾ ਕਰੇ। ਜੇ ਆਪਣੇ ਮਨ ਦੇ ਅੰਦਰ ਆਸ ਹੀ ਬਣ ਜਾਂਦੀ ਹੈ ਤਾਂ ਵੀ ਗੁਰੂ ਨਾਨਕ ਸਾਹਿਬ ਦੇ ਘਰ ਨੇ ਫੈਸਲਾ ਦਿੱਤਾ ਕਿ ਪ੍ਰਮਾਤਮਾ ਤਾਂ ਹੱਥੋਂ ਬਲਿਹਾਰ ਬਲਿਹਾਰ ਜਾਂਦਾ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਪਰ ਸਾਡੀ ਕੀ ਹਾਲਤ ਹੋ ਜਾਂਦੀ ਹੈ ਜੇ ਗੁਰਮਤਿ ਦਾ ਗਿਆਨ ਨਹੀਂ। ਅਸੀਂ ਘਰੋਂ ਚੱਲੇ, ਗੁਰੂ ਘਰ ਪਹੁੰਚ ਗਏ, ਮਹਾਰਾਜ ਦੇ ਕੋਲੇ ਆਏ, ਅੱਖਾਂ ਬੰਦ, ਧਿਆਨ ਪਿੱਛੇ ਨੂੰ ਚੱਲ ਪਿਆ। ਜਿਉਂ ਲੱਗਦੇ ਆ ਗਣਾਉਣ, ਆ ਵੀ ਹੈ ਨਹੀਂ, ਆਹ ਦੇ ਦੇ, ਆ ਵੀ ਹੈ ਨਹੀਂ, ਆਹ ਦੇ ਦੇ, ਆ ਵੀ ਹੈ ਨਹੀਂ, ਆਹ ਦੇ ਦੇ। ਮੰਗਾਂ ਹੀ ਨਹੀਂ ਸਾਡੀਆਂ ਲੋਟ ਆ ਰਹੀਆਂ। ਇਦੋਂ ਅੱਗੇ ਫਿਰ ਸੋਰ ਸਾਡੀ ਫਿਰ ਹੱਦ ਨਹੀਂ ਰਹਿੰਦੀ ਮਨਮੁਖਤਾ ਦੀ ਕਿ ਅਸੀਂ ਸ਼ਰਤਾਂ ਰੱਖਦੇ ਹਾਂ ਫਿਰ ਪ੍ਰਮਾਤਮਾ ਨਾਲ ਕਿ ਸੱਚੇ ਪਾਤਸ਼ਾਹ ਸਾਡੀ ਆਹ ਮੰਗ ਪੂਰੀ ਕਰੋ, ਫੇਰ ਅਸੀਂ ਤੇਰਾ ਸਹਿਜ ਪਾਠ ਕਰਾਵਾਂਗੇ। ਸਾਡੀ ਆਹ ਮੰਗ ਪੂਰੀ ਕਰੋ, ਫੇਰ ਅਸੀਂ ਤੇਰਾ ਅਖੰਡ ਪਾਠ ਕਰਾਵਾਂਗੇ। ਪਿਆਰ ਨਹੀਂ ਫਿਰ ਆਪਣਾ ਹੈ, ਸਿਰਫ ਸਵਾਰਥ। ਜਿਵੇਂ ਦੁਨੀਆਦਾਰੀ 'ਚ ਆਪਾਂ ਕਿਸੇ ਇਨਸਾਨ ਨੂੰ ਲਾਲਚ ਦੇ ਕੇ ਕੰਮ ਕਰਾਉਣੇ ਆ ਨਾ, ਸਾਡੀ ਇੱਥੇ ਕੀ ਮਾਨਸਿਕਤਾ ਟਿਕ ਗਈ। ਫਿਰ ਸਾਵਧਾਨ ਕੀਤਾ ਆਪਾਂ ਨੂੰ ਗੁਰਬਾਣੀ 'ਚ, ਕਹਿੰਦੇ ਜੇ ਤੁਹਾਡੀ ਹਾਲਤ ਇੱਥੇ ਹੀ ਟਿਕੀ ਆ ਨਾ, ਖਿਆਲ ਰੱਖਿਓ ਥੋੜਾ ਜਿਹਾ। ਤੁਸੀਂ ਆਪਦੇ ਵਰਗਾ ਹੀ ਸਮਝ ਲਿਆ। ਮਹਾਰਾਜ ਕਹਿੰਦੇ ਮੈਨੂੰ, ਜੇ ਤੁਹਾਨੂੰ ਇੰਨਾ ਕੁ ਪਤਾ ਬਈ ਸਾਡੇ ਬੱਚਿਆਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ, ਆਪਾਂ ਨੂੰ ਪਤਾ ਨਾ ਸਾਰਿਆਂ ਨੂੰ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ, ਤੇ ਪ੍ਰਮਾਤਮਾ ਫਿਰ ਏਡਾ ਹੀ ਭੁੱਲਣਹਾਰ ਆ ਵੀ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਬੱਚਿਆਂ ਨੂੰ ਕੀ ਚਾਹੀਦਾ। ਇਹ ਸਾਡੀ ਮਾਨਸਿਕਤਾ ਦੀ ਕਮਜ਼ੋਰੀ ਦੱਸੀ ਹੋਈ ਹੈ। ਜੇ ਇੱਕ ਇਨਸਾਨ ਇੰਨਾ ਕੁ ਗਿਆਨ ਰੱਖਦਾ ਕਿ ਮੇਰੇ ਬੱਚਿਆਂ ਨੂੰ ਕਾਹਦੀ ਜ਼ਰੂਰਤ ਆ, ਤੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਤੇ ਪ੍ਰਮਾਤਮਾ ਨੂੰ ਫਿਰ ਵੀ ਪਤਾ ਨਹੀਂ ਆਪਣੀ ਲੋੜ ਦਾ। ਫਿਰ ਗੁਰਮੁਖੋ ਸਾਨੂੰ ਗਿਆਨ ਦਿੱਤਾ ਗੁਰਬਾਣੀ 'ਚ ਕਿ ਜਿੰਨੀਆਂ ਵੀ ਆ ਵਸਤੂਆਂ ਆਪਾਂ ਵੇਖਦੇ ਹਾਂ, ਇਹ ਅਕਾਲ ਪੁਰਖ ਨੇ ਕਾਲ ਦੇ ਵਸ ਕੀਤੀਆਂ ਹੋਈਆਂ। ਧਿਆਨ ਨਾਲ ਸਰਵਣ ਕਰਿਓ। ਕਾਲ ਅਤੇ ਅਕਾਲ, ਅਕਾਲ ਪੁਰਖ ਪ੍ਰਮਾਤਮਾ ਨੇ ਜਿੰਨਾ ਕੁਝ ਵੀ ਆ ਸੰਸਾਰ 'ਚ ਵਿਚਰਦਾ, ਇਹਨੂੰ ਕਾਲ ਦਾ ਦੇਸ਼ ਆਖਿਆ ਜਿੱਥੇ ਆਪਾਂ ਆਏ ਹੋਏ ਹਾਂ, ਤੇ ਸਾਰੇ ਵਸ ਕੀਤਾ ਹੋਇਆ। ਇਸ ਕਰਕੇ ਬੇਨਤੀ ਅੱਗੇ ਵੀ ਕੀਤੀ ਆ ਕਿ ਜਦੋਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ, ਸੁਣਿਆ ਕਰੀਏ ਆਪਾਂ, ਨਹੀਂ ਬਹੁਤਾ ਹੱਥ ਆਉਣ ਵਾਲਾ ਆਪਣੇ ਪੱਲੇ ਕੁਝ ਨਹੀਂ। ਫਿਤਰਤ ਸਾਡੀ ਬਣ ਗਈ ਵੀ ਪੈਸੇ ਦੇ ਕੇ ਪਾਠ ਕਰਾ ਲਓ, ਸਾਨੂੰ ਸੁਣਨ ਦੀ ਲੋੜ ਨਹੀਂ ਹੈ। ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਪਊਗਾ ਥੋੜਾ ਜਿਹਾ ਆਪਾਂ ਨੂੰ। ਅਕਾਲ ਪੁਰਖ ਨੇ ਸਾਰਾ ਕੁਝ ਕਾਲ ਦੇ ਵਸ ਕੀਤਾ ਹੋਇਆ। ਗੁਰਬਾਣੀ 'ਚ ਫਿਰ ਸਾਨੂੰ ਸਮਝਾਇਆ, ਖੰਡ ਪਤਾਲ ਦੀਪ ਸਭ ਲੋਆ, ਸਭ ਕਾਲੇ ਵਸ ਆਪ ਪ੍ਰਭ ਕੀਆ। ਕਿ ਉਸ ਅਕਾਲ ਪੁਰਖ ਨੇ ਖੰਡ ਪਤਾਲ ਦੀਪ ਲੋਹ ਜਿੰਨੇ ਵੀ ਦੇਖਦੇ ਆ, ਇਹ ਕਾਲ ਦੇ ਵਸ ਕੀਤੇ ਹੋਏ ਆ। ਤੇ ਆਪਦੇ ਕੋਲੇ ਕੀ ਰੱਖਿਆ? ਇੱਕ ਆ ਸਾਡੀ ਸਵਾਸਾਂ ਦੀ ਪੂੰਜੀ ਜਿਹਦੇ ਨਾਲ ਜੀਵਤਾਂ, ਤੇ ਇੱਕ ਆਪਦਾ ਨਾਮ। ਦੋ ਚੀਜ਼ਾਂ ਉਹਦੇ ਕੋਲੇ, ਬਾਕੀ ਸਾਰੀ ਡਿਊਟੀ ਕਾਲ ਦੀ ਲਾਈ ਹੋਈ ਹੈ। ਖੰਡ ਪਤਾਲ ਦੀਪ ਸਭ ਲੋਆ, ਸਭ ਕਾਲੇ ਵਸ ਆਪ ਪ੍ਰਭ ਕੀਆ। ਆਪ ਸੌਂਪਿਆ ਹੋਇਆ ਤੇ ਕਾਲ ਨੂੰ ਫਿਰ ਹੁਕਮ ਕੀਤਾ ਹੋਇਆ। ਜਿਸ ਤਰ੍ਹਾਂ ਤੁਸੀਂ ਹੁਣ ਵਿਦੇਸ਼ਾਂ 'ਚ ਬੈਠੇ ਹੋ, ਤੁਹਾਡੇ ਕੋਈ ਦੋਸਤ ਦਾ, ਰਿਸ਼ਤੇਦਾਰ ਦਾ ਬੱਚਾ ਇੱਥੇ ਆਉਣਾ ਹੋਵੇ ਤੁਹਾਡੇ ਕੋਲੇ, ਜਿਹਦੇ ਨਾਲ ਤੁਹਾਡੀ ਦੋਸਤੀ ਆ, ਉਹ ਤੁਹਾਨੂੰ ਫੋਨ ਕਰੂਗਾ ਉੱਥੋਂ ਕਿ ਲੈ ਭਾਈ ਆ ਮੇਰਾ ਬੱਚਾ ਤੁਹਾਡੇ ਕੋਲੇ ਆ ਰਿਹਾ, ਤੁਹਾਡੇ ਦੇਸ਼ 'ਚ, ਤੁਸੀਂ ਜਿਹੜੀ ਚੀਜ਼ ਦੀ ਇਹਨੂੰ ਲੋੜ ਪਵੇ ਉਹ ਤੁਹਾਨੂੰ ਦੇਣੀ ਪੈਣੀ ਹੈ। ਆਪਾਂ ਦਿੰਨੇ ਆ। ਇਸੇ ਤਰ੍ਹਾਂ ਜਦੋਂ ਅਸੀਂ ਸੰਸਾਰ ਤੇ ਆਉਨੇ ਆ, ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਕਾਲ ਨੂੰ ਹੁਕਮ ਕੀਤਾ ਜਾਂਦਾ ਕਿ ਆ ਮੇਰਾ ਬੱਚਾ ਤੇਰੇ ਦੇਸ਼ 'ਚ ਆ ਰਿਹਾ, ਜੇ ਤੇਰੇ ਕੋਲੇ ਆ ਕੇ
ਮੈਨੂੰ ਯਾਦ ਕਰਦਾ ਰਹੂਗਾ, ਮੇਰੀ ਸਿੱਖਿਆ ਅਨੁਸਾਰ ਚੱਲੂਗਾ, ਤੈਨੂੰ ਹੁਕਮ ਆ ਮੇਰਾ ਕਿ ਜਿਹੜੀ ਚੀਜ਼ ਦੀ ਇਹਨੂੰ ਲੋੜ ਆ ਤੈਨੂੰ ਦੇਣੀ ਪੈਣੀ ਹੈ। ਫਿਰ ਕਾਲ ਦੀ ਕੋਈ ਜ਼ਰੂਰਤ ਨਹੀਂ ਨਾ ਦੇਵੇ। ਪਰ ਕਾਰਨ ਜੇ ਅਸੀਂ ਪ੍ਰਮਾਤਮਾ ਦੇ ਹੁਕਮ 'ਚ ਰਹਿੰਦੇ ਆ ਤਾਂ। ਜੇ ਬਾਗੀ ਹੋ ਗਏ ਫੇਰ ਨਹੀਂ ਉਹ ਕਾਲ ਨੂੰ ਹੁਕਮ ਕਰਦਾ। ਜੇ ਕਿਸੇ ਦਾ ਬੱਚਾ ਇੱਥੇ ਆ ਕੇ ਬਾਗੀ ਹੋ ਜੇ ਮਾਂ ਪਿਓ ਤੋਂ, ਉਹਦਾ ਮਾਂ ਪਿਓ ਕਿੱਥੇ ਕਹੂਗਾ ਵੀ ਮੇਰੇ ਬੱਚੇ ਦਾ ਖਿਆਲ ਰੱਖਿਓ। ਸਗੋਂ ਤਾਂ ਇਹ ਕਹੂ, ਨਾ ਭਾਈ ਮੈਂ ਇਹਦਾ ਜ਼ਿੰਮੇਵਾਰ ਨਹੀਂ ਹੈ, ਤੂੰ ਆਪ ਦਾ ਵੇਖ। ਇਸੇ ਤਰ੍ਹਾਂ ਗੁਰਮੁਖੋ ਅਕਾਲ ਪੁਰਖ ਪ੍ਰਮਾਤਮਾ ਨੇ ਕਾਲ ਨੂੰ ਹੁਕਮ ਕੀਤਾ ਹੋਇਆ ਕਿ ਇਹ ਮੇਰੇ ਬੱਚੇ ਮੇਰੇ ਦੇਸ਼ 'ਚ ਆ, ਤੇਰੇ ਦੇਸ਼ 'ਚ ਆਏ ਨੇ, ਜੇ ਇਹ ਮੇਰੇ ਹੁਕਮ 'ਚ ਰਹਿਣਗੇ। ਹੁਕਮ ਕੀ ਆ? ਜੇ ਮੈਨੂੰ ਯਾਦ ਰੱਖਣਗੇ ਤਾਂ। ਹੁਕਮਨਾਮਾ ਆਪਾਂ ਪੜ੍ਹਦੇ ਰਹਿੰਦੇ ਹਾਂ, ਆਉਂਦਾ ਰਹਿੰਦਾ ਗੁਰਬਾਣੀ 'ਚ, ਧਿਆਨ ਦਿਓ ਥੋੜਾ ਜਿਹਾ। ਜੇ ਆਪਾਂ ਇੱਥੇ ਆ ਕੇ ਬ੍ਰਹਮ ਕਹਿੰਦੇ ਆ ਸੱਚ ਨੂੰ, ਸੱਚ ਆ ਸਾਡਾ ਮੂਲ, ਉਹਨੂੰ ਅਸੀਂ ਬਿੰਦਦੇ ਹਾਂ, ਉਹਨੂੰ ਅਸੀਂ ਯਾਦ ਕਰਦੇ ਹਾਂ, ਤਾਂ ਫੈਸਲਾ ਦੇਤਾ ਗੁਰਬਾਣੀ 'ਚ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਕਿ ਜੇ ਅਸੀਂ ਆਪਣੇ ਹਿਰਦੇ 'ਚ ਪ੍ਰਮਾਤਮਾ ਨੂੰ ਵਸਾ ਲੈਂਦੇ ਹਾਂ, ਫਿਰ ਇਹਦੀਆਂ ਸਿੱਧੀਆਂ ਮਹਾਰਾਜ ਕਹਿੰਦੇ ਤੁਹਾਡੇ ਮਗਰ ਮਗਰ ਭੱਜੀਆਂ ਫਿਰਨਗੀਆਂ। ਕਿਉਂਕਿ ਇਹ ਵਸਤੂਆਂ ਨੇ ਕਾਲ ਦੇ ਹੱਥ 'ਚ, ਤੇ ਕਾਲ ਨੂੰ ਫਿਰ ਦੇਣੀਆਂ ਪੈਂਦੀਆਂ। ਫਿਰ ਤਾਂ ਮੰਗਣ ਦੀ ਲੋੜ ਵੀ ਨਹੀਂ। ਬਿਨ ਬੋਲਿਆ ਸਭ ਕਿਹ ਜਾਣਦਾ, ਕਿਛ ਆਗਿਆ ਕੀਚੈ ਅਰਦਾਸ। ਤੇ ਗੱਲ ਫਿਰ ਬੜੇ ਧਿਆਨ ਨਾਲ ਸੁਣੀ ਜਾਂਦੀ ਹੈ। ਉਹ ਵੀ ਆਪਾਂ ਨੂੰ ਗੁਰਬਾਣੀ ਸਮਝਾਇਆ। ਮਹਾਰਾਜ ਕਹਿੰਦੇ ਸੱਚਾ ਸਹਿਬ ਮਨ ਵਸੈ, ਮਨ ਚਿੰਦਿਆ ਫਲ ਪਾਏ, ਨਾਨਕ ਤਿਨ ਕਾ ਆਖਿਆ ਆਪ ਸੁਣੈ, ਜੇ ਲੈ ਨ ਪੰਨੈ ਪਾਏ। ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਜੇ ਅਸੀਂ ਪ੍ਰਮਾਤਮਾ ਦੇ ਹੁਕਮ 'ਚ ਰਹਿੰਦੇ ਹਾਂ, ਫਿਰ ਸਾਡੀ ਬੜੀ ਧਿਆਨ ਨਾਲ ਗੱਲ ਸੁਣਦਾ। ਜੇ ਹੁਣ ਸਾਡੇ ਕੋਲੇ ਗੁਰਮਤਿ ਦਾ ਗਿਆਨ ਨਹੀਂ, ਫਿਰ ਅਸੀਂ ਆ ਕੇ ਲਿਸਟਾਂ ਰੱਖਦੇ ਹਾਂ ਇੱਥੇ ਗੁਰੂ ਅੱਗੇ। ਫਿਰ ਗੁਰਬਾਣੀ ਰਾਹੀਂ ਸਾਨੂੰ ਸਾਵਧਾਨ ਵੀ ਕਰਿਆ। ਮਹਾਰਾਜ ਕਹਿੰਦੇ ਮਨਮੁੱਖਾਂ ਵਾਲੀਆਂ ਗੱਲਾਂ ਕਰਦਾ, ਸਾਨੂੰ ਵੀ ਆਪਦੇ ਵਰਗਾ ਹੀ ਸਮਝਦਾ। ਫਿਰ ਸਾਵਧਾਨ ਕੀਤਾ। ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਕਿਤੇ ਪਿਆਰ ਨਾਲ ਸਮਝਾਉਂਦੇ ਆ, ਕਿਤੇ ਥੋੜਾ ਜਿਹਾ ਸਖਤੀ ਵਰਤਦੇ ਆ, ਇੱਥੇ ਸਖਤੀ ਵਰਤੀ ਗਈ। ਮਹਾਰਾਜ ਕਹਿੰਦੇ ਮਨਮੁਖ ਅੰਧੇ ਤ੍ਰੈ ਗੁਣ ਸੇਵੈ, ਮਾਇਆ ਕੇ ਵਿਵਹਾਰੀ, ਅੰਤਰ ਕਪਟ ਉਧਰ ਭਰਨ ਕੇ ਤਾਈ, ਪਾਠ ਪੜ੍ਹੇ ਗਵਾਰੀ। ਕਹਿੰਦੇ ਅੰਦਰ ਤਾਂ ਤੇਰੇ ਕਪਟ ਆ, ਛਾਲਾ ਪੇਟ ਨੂੰ ਭਰਨ ਦੀ ਖਾਤਰ, ਤੇ ਪਾਠ ਪੜ੍ਹ ਕੇ ਕਿਹਨੂੰ ਸੁਣਾਉਣਾ। ਇਸ ਕਰਕੇ ਗੁਰਮੁਖੋ ਆਪਾਂ ਖਿਆਲ ਰੱਖਣਾ, ਗੁਰੂ ਤੋਂ ਮੰਗਣਾ ਤਾਂ ਹੈ। ਮੰਗਣਾ ਕੀ ਆ? ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕਿਉਂਕਿ ਉਹਦੇ ਬਿਨਾਂ ਸਾਡੇ ਮਨ ਦੀ ਭੁੱਖ ਉਤਰਦੀ ਕੋਈ ਨਹੀਂ। ਮਹਾਰਾਜ ਸਮਝਾਉਣ ਲੱਗੇ, ਕਹਿੰਦੇ ਨਾਦੀ ਬੇਦੀ ਸ਼ਬਦੀ ਮੋਨੀ, ਜਮ ਕੇ ਪਟੈ ਲਿਖਾਇਆ। ਕਾਰਨ ਕੀ ਹੋ ਗਿਆ? ਕਹਿੰਦੇ ਭਗਤ ਨਾਰ ਦੀ ਰਿਧੇ ਨਾ ਆਈ, ਕਾਸ ਕੋਸ਼ ਤਨ ਦੀਨਾ। ਪਰਮਾਤਮਾ ਦੀ ਭਗਤੀ ਤਾਂ ਹਿਰਦੇ 'ਚ ਬੈਠੀ ਨਹੀਂ, ਸਿਰਫ ਆਪਣੇ ਤਨ ਨੂੰ ਪਾਲਣ ਦਾ ਯਤਨ ਰੱਖਿਆ। ਭਗਤ ਨਾਰ ਦੀ ਰਿਧੇ ਨਾ ਆਈ, ਕਾਸ ਕੋਸ਼ ਤਨ ਦੀਨਾ। ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪੇ ਕਿਆ ਲੀਨਾ। ਇੱਥੇ ਹੁਣ ਰਾਗ ਵਾਲਿਆਂ ਦੀ ਕਹਾਣੀ ਵੀ ਦੱਸਦੀ। ਕਈ ਵਾਰ ਇਨਸਾਨ ਰਾਗ ਵਿਦਿਆ 'ਚ ਬੜੀ ਕਲਾ, ਬਹੁਤ ਕਲਾ। ਜੇ ਇਸ ਰਾਗ ਦੀ ਸਹਾਇਤਾ ਲੈ ਕੇ ਅਸੀਂ ਅੰਦਰਲੇ ਰਾਗ ਨਾਲ ਜੁੜ ਜਾਂਦੇ ਹਾਂ, ਤਾਂ ਬਹੁਤ ਮਹਾਰਾਜ ਨੇ ਗੁਰਬਾਣੀ 'ਚ ਆਪਾਂ ਨੂੰ ਸਮਝਾਇਆ। ਕਹਿੰਦੇ ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੈ ਨਿਥਾਵੇ ਥਾਓ। ਮਹਾਰਾਜ ਕਹਿੰਦੇ ਅੱਗੇ ਤੁਹਾਨੂੰ ਦਰਗਾਹ 'ਚ ਜਨਮ ਜਨਮ ਕਾ ਸੋਇਆ ਜਾਗ, ਗੁਰਪੂਰੇ ਕੀ ਚਰਨੀ ਲਾਗ। ਪਰ ਕੀਰਤਨ ਕਿਹੜਾ? ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨ। ਕਹਿੰਦੇ ਜੇ ਧਿਆਨ ਤਾਂ ਜੁੜਦਾ ਨਹੀਂ ਪਰਮਾਤਮਾ ਨਾਲ, ਸਿਰਫ ਆਪਦੇ ਰਾਗ ਤੱਕ ਹੀ ਜੀਵ
ਹੰਕਾਰੀ ਹੋਇਆ ਬੈਠਾ ਵੀ ਮੇਰੇ ਵਰਗਾ ਤਾਂ ਕੋਈ ਰਾਗੀ ਨਹੀਂ ਜੀ ਹੈ। ਰਾਗ ਰਾਗਨੀ ਡਿੰਬ ਹੋਏ ਬੈਠਾ, ਉਨ ਹਰ ਪੇ ਕਿਆ ਲੀਨਾ। ਉਹ ਕਹਿੰਦੇ ਅਸੀਂ ਪ੍ਰਮਾਤਮਾ ਤੋਂ ਕੀ ਲੈਣਾ, ਸਾਡੇ ਕੋਲੇ ਰਾਗ ਵਿਦਿਆ ਜਿਹਦੇ ਨਾਲ ਸਾਨੂੰ ਲੋਕ ਸਤਿਕਾਰ ਕਰਦੇ ਆ, ਕਿਉਂਕਿ ਕਿਸੇ ਨੂੰ ਬਖਸ਼ਿਆ ਨਹੀਂ ਪ੍ਰਮਾਤਮਾ ਨੇ। ਅਸੀਂ ਹੁਣ ਕਥਾ ਕਹਾਣੀ ਕਰਦੇ ਆ, ਸਾਨੂੰ ਵੀ ਬੜਾ ਸਾਵਧਾਨ ਕੀਤਾ ਹੋਇਆ। ਮਹਾਰਾਜ ਕਹਿੰਦੇ ਜਿੰਨੀਆਂ ਮਰਜ਼ੀ ਕਥਾ ਕਹਾਣੀਆਂ ਸੁਣਾਈ ਚੱਲਿਓ, ਜੇ ਤੁਹਾਡੇ ਮਨ ਦੇ ਅੰਦਰ ਪ੍ਰਮਾਤਮਾ ਦਾ ਭੈ ਨਹੀਂ, ਤੁਹਾਡਾ ਸਾਰਾ ਕੁਝ ਬੇਕਾਰ ਹੋ ਜਾਊਗਾ। ਬਿਨ ਭੈ ਕਥਨੀ ਸਰਬ ਬੇਕਾਰ। ਜਿੰਨੀਆਂ ਮਰਜ਼ੀ ਸੁਣਾਈ ਚੱਲਿਓ ਲੋਕਾਂ ਨੂੰ, ਜੇ ਕਹਿੰਦੇ ਤੁਹਾਡੇ ਮਨ 'ਚ ਪ੍ਰਮਾਤਮਾ ਦਾ ਭੈ ਨਾ ਵਸਿਆ, ਬਿਨ ਭੈ ਕਥਨੀ ਸਰਬ ਬੇਕਾਰ। ਕਿਉਂਕਿ ਗੱਲ ਹੀ ਭੈ ਤੇ ਖੜੀ ਆ ਸਾਰੀ। ਹੁਣ ਜੇ ਸਾਡੇ ਮਨ ਦੇ ਅੰਦਰ ਡਰ ਨਹੀਂ, ਤਾਂ ਜਿੰਨੇ ਮਰਜ਼ੀ ਅਸੀਂ ਯਤਨ ਕਰੀ ਚੱਲੀਏ। ਅਵਰ ਉਪਦੇਸ਼ੈ ਆਪ ਨਾ ਕਰੈ, ਆਪ ਤਜਾਬਤ ਜਨਮੈ ਮਰੈ। ਇਸ ਕਰਕੇ ਗੁਰਮੁਖੋ ਆਪਾਂ ਨੂੰ ਸਾਵਧਾਨ ਕੀਤਾ ਹੋਇਆ ਹਰੇਕ ਪੁਆਇੰਟ ਤੋਂ। ਹੁਣ ਮਹਾਰਾਜ ਇੱਥੇ ਸਮਝਾ ਰਹੇ ਆ, ਰਾਗ ਰਾਗਨੀ ਡਿੰਬ ਹੋਈ ਬੈਠਾ, ਉਨ ਹਰ ਪੇ ਕਿਆ ਲੀਨਾ। ਕਹਿੰਦੇ ਸਾਰੇ ਪਰਿਓ ਕਾਲ ਸਭੇ ਜਗ ਉੱਪਰ, ਮਾਹੇ ਭ੍ਰਮ ਗਿਆਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਨ ਜਾਨੀ। ਕਹਿੰਦੇ ਸਾਰੇ ਸੰਸਾਰ ਦੇ ਉੱਪਰ ਕਾਲ ਦਾ ਚੱਲ ਰਿਹਾ ਜ਼ੋਰ। ਖਾਲਸਾ ਆਪਾਂ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਅੰਮ੍ਰਿਤ ਸੰਚਾਰ ਬਾਹਰ ਕਰਵਾ ਕੇ ਖਾਲਸਾ ਰੱਖਿਆ ਨਾ। ਤੇ ਖਾਲਸਾ ਕਹਿੰਦੇ ਕਿਹਨੂੰ ਆ? ਖਾਲਸ ਉਸ ਵਸਤੂ ਨੂੰ ਆਖਿਆ ਜਾਂਦਾ ਜਿਹਦੇ ਅੰਦਰ ਕੋਈ ਮਿਲਾਵਟ ਨਾ ਹੋਵੇ, ਖਾਲਸ। ਤੇ ਭਗਤ ਕਬੀਰ ਜੀ ਨੇ ਵੀ ਇੱਥੇ ਆਪਾਂ ਨੂੰ ਸਮਝਾਤਾ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਨ ਜਾਨੀ। ਉਧਰ 10ਵੇਂ ਪਾਤਸ਼ਾਹ ਮਹਾਰਾਜ ਆਪਾਂ ਨੂੰ ਹਰ ਰੋਜ਼ ਸਮਝਾ ਰਹੇ ਆ, ਸਾਚ ਕਹੂੰ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਜਿੰਨਾ ਚਿਰ ਕੋਈ ਇਨਸਾਨ ਉਸ ਪ੍ਰਮਾਤਮਾ ਦੀ, ਅਕਾਲ ਪੁਰਖ ਦੀ ਪ੍ਰੇਮ ਨਾਲ ਭਗਤੀ ਨਹੀਂ ਕਰਦਾ, ਜਿੰਨਾ ਚਿਰ ਉਹਦੇ ਨਾਲ ਉਹਦਾ ਮਿਲਾਪ ਨਹੀਂ ਹੋ ਜਾਂਦਾ, ਉਨਾ ਚਿਰ ਉਹ ਖਾਲਸ ਨਹੀਂ ਬਣ ਸਕਦਾ। ਖਾਲਸ ਸਾਡੇ ਮਨ ਨੇ ਕਦੋਂ ਹੋਣਾ? ਜਦੋਂ ਸਾਡੇ ਮਨ ਦੇ ਉੱਪਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪਾਸੇ ਹੋ ਗਏ। ਇੱਕ ਬੇਨਤੀ ਹੋਰ ਕਰਦੇ ਚੱਲੀਏ, ਇਹ ਰਹਿੰਦੇ ਸਾਡੇ ਸਰੀਰ 'ਚ ਹੀ ਨੇ ਫਿਰ ਵੀ, ਪਰ ਸੁਭਾਅ ਬਦਲੀ ਹੋ ਜਾਂਦਾ। ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸ਼ਬਦ ਆ ਗੁਰਬਾਣੀ 'ਚ, ਧਿਆਨ ਨਾਲ ਜੇ ਆਪਾਂ ਪੜ੍ਹੀਏ, ਉਹਨਾਂ ਦਾ ਜਦੋਂ ਅਕਾਲ ਪੁਰਖ ਦੇ ਨਾਲ ਗੱਲਾਂ ਹੋਈਆਂ, ਜਿੱਥੇ ਅੱਜ ਤਾਂ ਕਈ ਲੋਕ ਕਹਿੰਦੇ ਜੀ ਰੱਬ ਨਾਲ ਗੱਲ ਹੀ ਨਹੀਂ ਹੋ ਸਕਦੀ, ਪਰ ਜਦੋਂ ਗੁਰਬਾਣੀ ਪੜ੍ਹਦੇ ਆ ਉਹ ਕਹਿੰਦੇ ਭਗਤਾਂ ਨਾਲ ਗੱਲਾਂ ਕਰਦਾ। ਸੁਨ ਸਮਾਧ ਗੁਫਾ ਤੈ ਆਸਨ, ਕੇਵਲ ਬ੍ਰਹਮ ਪੂਰਨ ਤੈ ਬਾਸਣ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨਾ ਸੋਗਨਾ ਜਨਮ ਨਾ ਮਰਤ। ਸ਼ਬਦ ਰਾਹੀਂ ਫਿਰ ਆਪਾਂ ਨੂੰ ਸਮਝਾਇਆ, ਅਕਾਲ ਪੁਰਖ ਨਾਲ ਗੱਲ ਹੋਈ। ਹੁਣ ਗੁਰਬਾਣੀ ਦਾ ਸ਼ਬਦ ਇਹ ਕਲੀਅਰ ਕਰ ਦੂਗਾ ਕਿ ਗੱਲ ਕਿਵੇਂ ਹੁੰਦੀ ਆ। ਉਹ ਕਹਿੰਦੇ ਸੀ ਅਕਾਲ ਪੁਰਖ ਨੂੰ ਬੇਨਤੀ ਕਰੀ ਕਿ ਪ੍ਰਮਾਤਮਾ ਆਹ ਸਰੀਰ ਦੇ ਅੰਦਰ ਨਾ ਹੁਣ ਜਾਂ ਅਸੀਂ ਰਹਾਂਗੇ ਜਾਂ ਇਹ ਪੰਜ ਰਹਿਣਗੇ। ਇਹਨਾਂ ਪੰਜਾਂ ਦਾ ਕਰਕੇ ਕਈ ਵਾਰੀ ਇਨਸਾਨ ਦੇ ਸਰੀਰ ਦੀ ਬਦਨਾਮੀ ਹੋ ਜਾਂਦੀ ਹੈ ਸੰਸਾਰ 'ਚ। ਦੇਖੋ ਖੇਡ ਇਹ ਪੰਜ ਖੇਡ ਜਾਂਦੇ ਆ, ਬਦਨਾਮੀ ਆਪਣੇ ਸਰੀਰ ਦੀ ਹੁੰਦੀ ਹੈ। ਉੱਥੇ ਫਿਰ ਉਹਨਾਂ ਦੱਸਿਆ ਗੁਰਬਾਣੀ 'ਚ, ਕਹਿੰਦੇ ਇਨ ਲੋਗਨ ਸਿਉ ਹਮ ਭੈ ਹੈ ਬੁਰਾਈ। ਬਈ ਇਹਨਾਂ ਲੋਕਾਂ ਦਾ ਕਰਕੇ ਕਈ ਵਾਰੀ ਇਨਸਾਨ ਬੁਰਾ ਬਣ ਜਾਂਦਾ। ਏਕ ਗ੍ਰਹਿ ਮੈਂ ਦੋਏ ਨਾ ਖਟਾਈ। ਹੁਣ ਇੱਕ ਇਹ ਸਰੀਰ ਰੂਪੀ ਘਰ ਦੇ ਅੰਦਰ ਅਸੀਂ ਇਕੱਠੇ ਨਹੀਂ ਰਹਿ ਸਕਦੇ, ਜਾਂ ਤਾਂ ਇਹ ਰਹਿਣਗੇ ਤੇ ਜਾਂ ਫਿਰ ਅਸੀਂ ਰਵਾਂਗੇ। ਆਏ ਪ੍ਰਭ ਪੈ ਅੰਚਲ ਲਾਗ, ਅਸੀਂ ਹੁਣ ਪੱਲਾ ਫੜ ਕੇ ਤੇਰੇ ਪੇਸ਼ ਹੋਏ ਆ। ਕਰੋ ਤਪਾਵਸ ਪ੍ਰਭ ਸਰਵਾਗ, ਕਿ ਤੂੰ ਸਾਡਾ ਹੁਣ ਨਵੇੜਾ ਕਰ। ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ ਸਰੀਰ 'ਚ।
ਨਵੇੜਾ ਫਿਰ ਕੀ ਹੋਇਆ, ਅੱਗੇ ਗੁਰਬਾਣੀ 'ਚ ਸਮਝਾਇਆ, ਕਹਿੰਦੇ ਪ੍ਰਭ ਹੱਸ ਬੋਲੇ। ਇੱਥੇ ਕਿਸੇ ਦਾ ਜ਼ਿਕਰ ਨਹੀਂ ਕੀਤਾ ਗਿਆ ਵੀ ਕੌਣ ਬੋਲਿਆ। ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ, ਜਨ ਨਾਨਕ ਗੁਰ ਕੀਆ ਨਵੇਰਾ। ਕਿ ਰਹਿਣਗੇ ਤਾਂ ਤੇਰੇ ਨਾਲ ਹੀ, ਪਰ ਇਹਨਾਂ ਦਾ ਤੇਰੇ ਹੁਕਮ 'ਚ ਕਰ ਦਿੰਦੇ ਆ। ਫਿਰ ਇਹਨਾਂ ਦਾ ਸੁਭਾਅ ਬਦਲਣਾ ਸ਼ੁਰੂ ਹੁੰਦਾ। ਜਿਹੜਾ ਕਾਮ ਆ ਉਹ ਤਾਂ ਜੀ ਫਿਰ ਸੰਸਾਰ ਦੀ ਉਤਪਤੀ ਵਾਸਤੇ ਵਰਤਦਾ, ਏਕਾ ਨਾਰੀ ਜਤੀ ਹੋਏ। ਕ੍ਰੋਧ ਆ ਜਿਹੜਾ ਉਹ ਵੀਰ ਰਸ ਦੇ ਅੰਦਰ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ। ਜਿਹੜਾ ਲੋਭ ਆ ਸੰਸਾਰੀ ਪਦਾਰਥਾਂ ਤੋਂ ਹਟ ਕੇ ਫਿਰ ਉਹ ਪ੍ਰਮਾਤਮਾ ਦੇ ਖਜ਼ਾਨੇ 'ਚ ਆਪਣੇ ਸਵਾਹ ਜਮ੍ਹਾਂ ਕਰਾਉਂਦਾ, ਸਮਾਂ ਉਧਰ ਬਦਲ ਜਾਂਦਾ। ਜਿਹੜਾ ਮੋਹ ਆ ਉਹ ਫਿਰ ਸੰਸਾਰ ਨਾਲੋਂ ਟੁੱਟ ਕੇ ਪ੍ਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਜਾਂਦਾ। ਜਿਹੜਾ ਹੰਕਾਰ ਆ ਉਹ ਨਿਮਰਤਾ 'ਚ ਆ ਜਾਂਦਾ। ਫਕਰ ਹੋਣਾ ਚਾਹੀਦਾ ਆਪਾਂ ਨੂੰ ਗੁਰੂ ਸਾਹਿਬਾਨਾਂ ਦੇ ਇਤਿਹਾਸ ਤੇ। 6ਵੇਂ ਪਾਤਸ਼ਾਹ ਮਹਾਰਾਜ ਨੇ ਜੰਗਾਂ ਲੜੀਆਂ, 10ਵੇਂ ਪਾਤਸ਼ਾਹ ਮਹਾਰਾਜ ਨੇ ਜੰਗਾਂ ਕਰੀਆਂ, ਕਿਤੇ ਕਿਸੇ ਤੇ ਹਮਲਾ ਕਰਨ ਨਹੀਂ ਗਏ ਚੱਲ ਕੇ, ਚੜ੍ਹਾਈ ਕਰਕੇ। ਜਿਹੜਾ ਆਇਆ ਉਹਨੂੰ ਵੀ ਪਹਿਲਾਂ ਨਿਮਰਤਾ ਨਾਲ ਇਹ ਬੇਨਤੀ ਕੀਤੀ ਕਿ ਤੂੰ ਸਾਡੇ ਤੇ ਚੜ੍ਹਾਈ ਕਰਕੇ ਆਇਆ, ਲੈ ਪਹਿਲਾਂ ਬਾਹਰ ਕਰ ਲਾ ਸਾਡੇ ਤੇ ਫਿਰ ਜਦੋਂ ਆਪਦੇ ਹਥਿਆਰ ਚੱਲੇ, ਉਹ ਅੱਜ ਤੱਕ ਆਪਾਂ ਵਾਰਾਂ ਗਾਉਂਦੇ ਆ ਨਾ ਉਹਨਾਂ ਦੀਆਂ, ਪਰ ਉਹਨਾਂ ਦੇ ਸ਼ਸਤਰ ਚੱਲਦੇ ਕਦੋਂ ਸੀ? ਪੰਜਾਂ ਤੋਂ ਉੱਪਰ ਉੱਠ ਕੇ ਚੱਲਦੇ ਸੀ। ਨਾ ਤਾਂ ਕਾਮ ਦੇ ਵੱਸ ਹੋ ਕੇ, ਨਾ ਕ੍ਰੋਧ ਦੇ ਵੱਸ ਹੋ ਕੇ, ਨਾ ਲੋਭ ਦੇ, ਨਾ ਮੋਹ ਦੇ, ਨਾ ਹੰਕਾਰ ਦੇ। ਜਦੋਂ ਚੱਲਦੇ ਤਾਂ ਦੁਨੀਆ 'ਚ ਪਤਾ ਲੱਗਿਆ ਵੀ ਚੱਲੇ ਆ। ਇਸ ਕਰਕੇ ਜੇ ਚੱਕੇ ਹੋਏ ਸ਼ਾਸਤਰ ਇਹਨਾਂ ਪੰਜਾਂ ਦੇ ਵੱਸ ਹੋ ਕੇ ਚੱਲ ਜਾਣ ਤਾਂ ਇਹ ਨੁਕਸਾਨ ਕਰ ਦਿੰਦੇ ਆ। ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਤੂੰ ਠਾਕੁਰ ਇਹ ਗ੍ਰਹਿ ਸਭ ਤੇਰਾ, ਜਨ ਨਾਨਕ ਗੁਰ ਕੀਆ ਨਵੇਰਾ। ਫੇਰ ਇਹ ਪੰਜੇ ਰਹਿੰਦੇ ਸਾਡੇ ਸਰੀਰ 'ਚ ਹੀ ਨੇ ਤੇ ਸਾਡੇ ਹੁਕਮ 'ਚ ਚੱਲਣਾ ਸ਼ੁਰੂ ਕਰ ਦਿੰਦੇ ਆ। ਤੇ ਬਿਨਾਂ ਪਰਮਾਤਮਾ ਦੀ ਕਿਰਪਾ ਤੋਂ ਤੇ ਉਹਦੀ ਬੰਦਗੀ ਤੋਂ ਇਹ ਸਾਨੂੰ ਵਰਤਦੇ ਆ। ਉਹ ਵੀ ਫਿਰ ਆਪਾਂ ਨੂੰ ਗੁਰਬਾਣੀ ਸਮਝਾਇਆ ਹੋਇਆ ਸ਼ਬਦ। ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੋ। ਇਨਸਾਨ ਧਰਮ ਦੇ ਰਸਤੇ ਵੀ ਚੱਲਦਾ, ਮਨ 'ਚ ਪਿਆਰ ਵੀ ਆ, ਪਰ ਫਿਰ ਵੀ ਪੰਜੇ ਖੇੜਾ ਨਹੀਂ ਛੱਡਦੇ। ਧਾਵੋ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਣੇ, ਪੰਚ ਸਤਾਵੇ ਦੂਤ ਕਬਨ ਵਿਦ ਮਾਰਨੇ। ਉਹ ਅੱਜ ਹਾਲਤ ਆਪਣੀ ਹੋ ਜਾਂਦੀ ਹੈ ਸਾਰਿਆਂ ਦੀ। ਅਸੀਂ ਗੁਰਬਾਣੀ ਦਾ ਪਾਠ ਵੀ ਕਰੀ ਜਾਂਦੇ, ਸੰਗਤ 'ਚ ਵੀ ਬਹਿੰਦੇ, ਅਸੀਂ ਕਥਾ ਕਹਾਣੀਆਂ ਵੀ ਸੁਣਾਈ ਜਾਂਦੇ ਆ ਲੋਕਾਂ ਨੂੰ, ਪਰ ਪੰਜੇ ਸਾਡੇ ਤੇ ਵਾਰ ਕਰਨ ਨੂੰ ਫੇਰ ਨਹੀਂ ਹਟਦੇ। ਵਿਚਾਰਾਂ ਰਾਹੀਂ ਕਿਤੇ ਕਿਹੋ ਜਿਹਾ ਵਿਚਾਰ ਬਣ ਗਿਆ, ਕਿਤੇ ਕਿਹੋ ਜਿਹਾ ਵਿਚਾਰ ਬਣ ਗਿਆ, ਕਿਤੇ ਕਿਹੋ ਜਿਹਾ ਵਿਚਾਰ ਸਾਡੇ ਬਣੀ ਜਾਂਦੇ ਆ। ਮਹਾਰਾਜ ਨੇ ਫਿਰ ਸਮਝਾਇਆ, ਕਹਿੰਦੇ ਧਾਵੋ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਣੇ, ਪਰ ਪੰਚ ਸਤਾਵੇ ਦੂਤ ਕਬਨ ਵਿਦ ਮਾਰਨੇ। ਕਹਿੰਦੇ ਮਹਾਰਾਜ ਇਹਨਾਂ ਨੂੰ ਕਿਵੇਂ ਮਾਰ ਗਏ? ਉਹ ਕਹਿੰਦੇ ਫਿਰ ਲੜਾਈ ਕਰਿਆ ਕਰੋ ਇਹਨਾਂ ਨਾਲ। ਹੁਣ ਲੜਾਈ ਕਿਵੇਂ ਹੋਵੇ ਦੀਂਦੇ ਤਾਂ ਹੈ ਨਹੀਂ ਆਪਾਂ ਨੂੰ। ਇੰਨਾ ਕੁ ਗਿਆਨ ਤਾਂ ਆਪਾਂ ਰੱਖਦੇ ਹਾਂ ਕਿ ਸਾਡਾ ਜੀ ਮਨ ਨਹੀਂ ਟਿਕਦਾ, ਪਰ ਭਜਦਾ ਕਿਵੇਂ ਆ ਇਸ ਗੱਲ ਦਾ ਗਿਆਨ ਨਹੀਂ। ਫਿਰ ਗੁਰੂ ਸਮਝਾਉਂਦਾ ਆਪਾਂ ਨੂੰ ਕਿ ਤੁਹਾਡਾ ਮਨ ਭਜਾਉਂਦਾ ਕੌਣ ਆ? ਮਹਾਰਾਜ ਕਹਿੰਦੇ ਪੰਜ ਦੂਤ ਚਿਤਵੇ ਵਿਕਾਰਾ, ਮੋਹ ਮਾਇਆ ਕਾ ਇਹ ਪਸਾਰਾ। ਇਹਨਾਂ ਪੰਜਾਂ ਨੇ ਆਪਣੇ ਵਿਚਾਰ ਬਣਾਈ ਜਾਣੇ ਹੁੰਦੇ ਆ ਤੇ ਵਿਚਾਰਾਂ ਦੇ ਅੰਦਰ ਸਾਡਾ ਮਨ ਦੌੜਦਾ ਰਹਿੰਦਾ। ਮਹਾਰਾਜ ਕਹਿੰਦੇ ਫਿਰ ਤੁਸੀਂ ਇਹਨਾਂ ਨਾਲ ਜੰਗ ਕਰੋ। ਉਹ ਕਹਿੰਦੇ ਜੀ ਜੰਗ ਕਿਵੇਂ ਕਰੀਏ, ਦੀਂਦੇ ਤਾਂ ਹੈ ਨਹੀਂ। ਫਿਰ ਆਪਾਂ ਨੂੰ ਇੱਕ ਵਿਧੀ ਦੱਸੀ ਜਿਹਦੀ ਅੱਜ ਬੜੀ ਜ਼ਰੂਰਤ ਆ, ਕਿਉਂਕਿ ਗੁਰੂ ਨਾਨਕ ਦੇ ਘਰ 'ਚ ਕਰਨੀ ਨੂੰ ਪ੍ਰਧਾਨਗੀ ਆ, ਕਥਨੀ ਨੂੰ ਪ੍ਰਧਾਨਗੀ ਨਹੀਂ। ਕਰਨੀ ਨੂੰ ਪ੍ਰਧਾਨਗੀ ਆ। ਜਿੰਨਾ ਚਿਰ ਅਸੀਂ ਕਰਨੀ ਤੇ ਨਹੀਂ ਆਉਂਦੇ, ਭਾਈ ਆਪਣੇ ਗੁਰਦਾਸ ਜੀ ਨੇ ਲਿਖਿਆ ਇੱਕ ਕਵਿਤ, ਉਹ ਕਹਿੰਦੇ ਕਿਸੇ ਜੀਵ ਦਾ ਹੁਣ ਦਿਲ ਕਰਦਾ ਮੂੰਹ ਮਿੱਠਾ ਕਰਨ ਨੂੰ, ਤੇ ਖੰਡ ਉਹਦੇ ਸਾਹਮਣੇ ਪਈ ਆ,
ਪਰ ਖੰਡ ਨਹੀਂ ਖਾਂਦਾ, ਉਹ ਖੰਡ ਖੰਡ ਕਰੀ ਜਾਂਦਾ। ਕਹਿਣ ਨਾ ਨਹੀਂ ਮੂੰਹ ਮਿੱਠਾ ਹੋਊਗਾ। ਖਾਂਡ ਖਾਂਡ ਕਹੈ ਜਿਹਵਾ ਨਾ ਸਵਾਦ ਮਿੱਠੋ ਆਵੇ। ਅੱਗੇ ਕਹਿੰਦੇ ਠੰਡ ਲੱਗਦੀ ਆ, ਅਗਨ ਬਾਲਦਾ ਨਹੀਂ ਤੇ ਅੱਗ ਅੱਗ ਕਹੀ ਜਾਂਦਾ। ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ। ਅੱਗ ਅੱਗ ਕਹੀ ਚੱਲੇ, ਇਕੱਲੀ ਕਹਿਣ ਨਾ ਨਹੀਂ। ਮਹਾਰਾਜ ਕਹਿੰਦੇ ਠੰਡ ਦੂਰ ਹੋਣੀ, ਅੱਗ ਬਾਲਣੀ ਪਊ, ਫੇਰ ਠੰਡਕ ਦੂਰ ਹੁੰਦੀ ਹੈ। ਫਿਰ ਉਹਨਾਂ ਨੇ ਦੱਸਿਆ, ਕਹਿੰਦੇ ਵੈਦ ਵੈਦ ਕਹੇ ਰੋਗ ਨਾ ਮਿਟਤ ਕਾਹੂ ਕੋ। ਕਿਸੇ ਇਨਸਾਨ ਨੂੰ ਕੋਈ ਰੋਗ ਲੱਗ ਗਿਆ, ਦਵਾਈ ਲੈਂਦਾ ਨਹੀਂ, ਵੈਦ ਵੈਦ ਕਹੀ ਜਾਂਦਾ, ਤੇ ਵੈਦ ਵੈਦ ਕਹਿਣ ਨਾਲ ਨਹੀਂ ਰੋਗ ਦੂਰ ਹੋਣਾ। ਦਰਬ ਦਰਬ ਕਹੇ ਦਰਬੇ ਨਾ ਵਿਲਾਸ ਹੈ। ਦਰਬ ਕਹਿੰਦੇ ਆ ਦੁਨਿਆਵੀ ਧਨ ਨੂੰ। ਕੋਲੇ ਪੈਸਾ ਨਹੀਂ, ਦਿਲ ਕਰਦਾ ਵੀ ਬੜਾ ਸੋਹਣਾ ਆਪਦਾ ਘਰ ਹੋਵੇ, ਸੋਹਣੀ ਕਾਰ ਹੋਵੇ, ਕਿੱਥੋਂ ਆਊਗੀ। ਫਿਰ ਉਹਨਾਂ ਨੇ ਕਿਹਾ ਚੰਦਨ ਚੰਦਨ ਕਹੇ ਪ੍ਰਗਟੇ ਨਾ ਸਬਾਸ ਬਾਸ। ਕਿਸੇ ਜੰਗਲ ਦੇ ਅੰਦਰ ਹੁਣ ਚੰਦਨ ਦਾ ਬੂਟਾ ਨਹੀਂ, ਚੰਦਨ ਚੰਦਨ ਕਹੀ ਚੱਲੋ, ਉੱਥੋਂ ਚੰਦਨ ਦੀ ਮਹਿਕ ਨਹੀਂ ਆਊਗੀ। ਚੰਦ ਚੰਦ ਕਹੇ ਉਜਿਆਰੋ ਨਾ ਪ੍ਰਕਾਸ਼ ਹੈ। ਰਾਤਰੀ ਦਾ ਹਨੇਰਾ ਚੰਦ ਚੜਿਆ ਨਹੀਂ, ਰੌਸ਼ਨੀ ਨਹੀਂ ਹੋ ਸਕਦੀ। ਚੰਦ ਚੰਦ ਕਹਿਣ ਨਾਲ ਚੰਦ ਦੀ ਰੌਸ਼ਨੀ ਨਹੀਂ ਹੋਊਗੀ। ਅਖੀਰ ਤੇ ਫਿਰ ਆਪਾਂ ਨੂੰ ਸਮਝਾਇਆ ਹੁਣ ਸਾਰਿਆਂ ਨੂੰ, ਕਹਿੰਦੇ ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੈ। ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਕੱਲੀਆਂ ਗਿਆਨ ਦੀਆਂ ਗੱਲਾਂ ਕਰਨ ਨਾਲ ਕਹਿੰਦੇ ਤੁਹਾਡੇ ਮਨ ਦੀ ਰਹਿਤ ਨਹੀਂ ਬਣੂਗੀ। ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਭਾਨ ਕਹਿੰਦੇ ਆ ਸੂਰਜ ਨੂੰ, ਕਿ ਜਦੋਂ ਸੂਰਜ ਆਕਾਸ਼ 'ਚ ਚੜ੍ਹਦਾ, ਰਾਤਰੀ ਦੇ ਹਨੇਰੇ ਨੂੰ ਲੋੜ ਨਹੀਂ ਪੈਂਦੀ ਹੱਥ ਬੰਨਣ ਦੀ ਕਿ ਤੂੰ ਜਾ, ਹੁਣ ਉਹਨੂੰ ਭੱਜਣਾ ਹੀ ਪੈਂਦਾ। ਜਦੋਂ ਗੁਰਮੁਖੋ ਅਸੀਂ ਵੀ ਕਰਨੀ ਤੇ ਆ ਗਏ ਨਾ, ਉਦੋਂ ਫਿਰ ਸਾਨੂੰ ਵੀ ਆ ਜਿਹੜੇ ਔਗਣ ਨੇ ਜਾਂ ਪੰਜ ਸਾਨੂੰ ਤੰਗ ਕਰਦੇ ਆ, ਇਹਨਾਂ ਮੂਹਰੇ ਹੱਥ ਬੰਨਣ ਦੀ ਲੋੜ ਨਹੀਂ ਪੈਣੀ, ਇਹਨਾਂ ਨੂੰ ਆਪੇ ਹੀ ਭੱਜਣਾ ਪੈਣਾ। ਫਿਰ ਆਪਾਂ ਨੂੰ ਸਮਝਾਇਆ, ਕਹਿੰਦੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ। ਹਾਂ ਹਰ ਹਾਂ ਮਹਾ ਬਖਾਦੀ ਘਾਤ ਪੂਰਨ ਗੁਰ ਪਾਈਐ। ਕਹਿੰਦੇ ਇਹਨਾਂ ਦੇ ਤਿੱਖੇ ਤਿੱਖੇ ਬਾਣ ਮਾਰੋ, ਪ੍ਰਮਾਤਮਾ ਦੇ ਨਾਮ ਨੂੰ ਧਿਆਓ। ਆਓ ਫਿਰ ਆਪਾਂ 5 ਮਿੰਟ, ਕਿਉਂ ਕਈ ਸੰਗਤ ਨੇ ਜਾਣਾ ਹੁੰਦਾ ਵਿੱਚੋਂ, ਆਪਾਂ ਇਹਨਾਂ ਦੇ ਤੀਰ ਮਾਰਨੇ ਸਿੱਖ ਲਈਏ, ਜਿਹੜੀ ਗੱਲ ਦੀ ਬਹੁਤ ਜ਼ਰੂਰਤ ਅੱਜ। ਉਹ ਤਕਰੀਬਨ ਜਿੱਦੇ ਦਾ ਇੱਥੇ ਸ਼ੁਰੂ ਹੋਇਆ ਪ੍ਰੋਗਰਾਮ ਹਰ ਰੋਜ਼ ਹੀ ਦੱਸੀਦਾ। ਚਲੋ ਕਈ ਵਾਰ ਸੰਗਤ ਨਵੀਂ ਹੁੰਦੀ ਆ ਜਾਂ ਸਮਝ ਨਹੀਂ ਆਉਂਦੀ, ਉਹ ਧਿਆਨ ਨਾਲ ਬੇਨਤੀ ਸਰਵਣ ਕਰ ਲਓ। ਜਦੋਂ ਤਾਂ ਗੁਰਬਾਣੀ ਦਾ ਪਾਠ ਕਰਨਾ, ਗੁਰਬਾਣੀ ਨੂੰ ਸਮਝ ਕੇ ਪੜ੍ਹੀਏ ਥੋੜ੍ਹਾ ਜਿਹਾ ਵੀ ਕਹਿੰਦੀ ਕੀ ਆਪਾਂ ਨੂੰ, ਤੇ ਜਦੋਂ ਫਿਰ ਜਿਹੜਾ ਕਹਿੰਦੀ ਆ ਉਹ ਕਰਨਾ ਆਪਾਂ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜਦੋਂ ਸਿਮਰਨ ਕਰਨਾ, ਜਿਹੜੀ ਮੁਸ਼ਕਲ ਬਣ ਰਹੀ ਆ ਵੀ ਸਾਡਾ ਜੀ ਮਨ ਨਹੀਂ ਟਿਕਦਾ, ਇਹ ਸਾਰਿਆਂ ਦੀ ਮੁਸ਼ਕਲ ਆ। ਕੁਝ ਕੁ ਇਨਸਾਨ ਹੋਣਗੇ, ਨਹੀਂ ਜ਼ਿਆਦਾਤਰ ਆਪਣੀ ਮੁਸ਼ਕਲ ਇਹ ਹੈ ਵੀ ਸਾਡਾ ਜੀ ਮਨ ਨਹੀਂ ਟਿਕਦਾ। ਤੇ ਮੂਰਤ ਦੀ ਧਿਆਨ ਦਾ ਗੁਰਮਤਿ 'ਚ ਆਪਾਂ ਨੂੰ ਮਨਾਹੀ ਕੀਤੀ ਗਈ ਹੈ। ਕਈ ਵਾਰ ਅਸੀਂ ਗੁਰਬਾਣੀ ਦੀ ਪੰਕਤੀ ਨੂੰ ਲੈ ਕੇ ਜੇ ਪੂਰਨ ਤੌਰ ਤੇ ਗਿਆਨ ਨਹੀਂ, ਭੁਲੇਖਾ ਖਾ ਸਕਦੇ ਹਾਂ। ਗੁਰ ਕੀ ਮੂਰਤ ਮਨ ਮੈਂ ਧਿਆਨ। ਗੁਰੂ ਦੀ ਮੂਰਤ, ਗੁਰੂ ਹੈ ਆਪਣਾ ਸ਼ਬਦ, ਤੇ ਸ਼ਬਦ ਦੀ ਕੋਈ ਮੂਰਤ ਨਹੀਂ। ਸ਼ਬਦ ਦੀ ਮੂਰਤ ਕੀ ਹੈ? ਆਵਾਜ਼। ਇੱਕ ਗੱਲ ਹੋਰ ਸਾਂਝੀ ਕਰ ਲਈਏ, ਜਦੋਂ ਵੀ ਆਪਾਂ ਕਿਸੇ ਧਾਰਮਿਕ ਪ੍ਰੋਗਰਾਮ 'ਚ ਜਾਂਦੇ ਹਾਂ, ਉੱਥੇ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਕਿ ਜੇ ਇਨਸਾਨ ਤੂੰ ਸੁਖੀ ਹੋਣਾ ਚਾਹੁੰਦਾ ਤਾਂ ਗੁਰੂ ਦੇ ਚਰਨਾਂ ਨਾਲ ਜੁੜ। ਜੇ ਤੂੰ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦਾ ਤਾਂ ਨਿਰੰਕਾਰ ਦੇ ਚਰਨਾਂ ਨਾਲ ਜੁੜ। ਹੁਣ ਅੱਜ ਤਰਕ ਦਾ ਜ਼ਮਾਨਾ, ਤੁਹਾਨੂੰ ਵੀ ਕੋਈ ਸਵਾਲ ਕਰ ਸਕਦਾ ਤੇ ਸਾਨੂੰ ਵੀ ਕਰਦੇ ਆ ਲੋਕ। ਇੱਕ ਤਾਂ ਹੁੰਦੇ ਆ ਭਾਵਨਾ ਵਾਲੇ ਲੋਕ, ਇੱਕ ਹੁੰਦੇ ਆ ਤਰਕ ਵਾਲੇ ਲੋਕ। ਉਹਨਾਂ ਨੇ ਤਰਕ ਨਾਲ ਗੱਲ ਕਰਨੀ ਹੁੰਦੀ ਆ। ਉਹ ਆਪਾਂ ਨੂੰ ਸਵਾਲ ਰੱਖਦੇ ਆ, ਕਹਿੰਦੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਗੁਰੂ, ਇਹ ਦੱਸੋ ਕਿ ਗੁਰੂ ਦੇ ਚਰਨ ਕਿਹੜੇ ਆ। ਹੁਣ ਆਪਾਂ ਆਪਣੇ ਮਨ ਅੰਦਰ ਝਾਤੀ ਮਾਰੋ। ਕੋਈ ਆਪਾਂ ਨੂੰ ਸਵਾਲ ਕਰਦਾ
ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਤੇ ਗੁਰੂ ਦੇ ਚਰਨ ਦੱਸੋ ਵੀ ਕਿਹੜੇ ਆ। ਕੀ ਜਵਾਬ ਦੇਵਾਂਗੇ ਆਪਾਂ ਜੇ ਗਿਆਨ ਨਹੀਂ? ਝਾਕੋ ਆਪਣੇ ਮਨ ਦੇ ਅੰਦਰ, ਕੀ ਅਸੀਂ ਮੰਜੀ ਸਾਹਿਬ ਆ ਜਿਹੜਾ ਉਹਦੇ ਪੀੜ੍ਹਿਆਂ ਨੂੰ ਚਰਨ ਕਹਾਂਗੇ? ਫੇਰ ਤਾਂ ਅਸੀਂ ਵੀ ਗੁਰਮਤਿ ਤੋਂ ਦੂਰ ਹੋ ਗਏ। ਚਰਨ ਕੀ ਆ ਫਿਰ ਗੁਰੂ ਦੇ? ਸਵਾਲ ਆਪਣੇ ਤੇ ਕੀਤਾ ਕਿਸੇ ਤਰਕ ਬੁੱਧੀ ਵਾਲੇ ਬੰਦੇ ਨੇ ਵੀ ਦੱਸੋ ਵੀ ਗੁਰੂ ਦੇ ਚਰਨ ਕੀ ਆ। ਫਿਰ ਆਪਾਂ ਸਮਝ ਗਏ ਇਸ ਗੱਲ ਨੂੰ, ਜੇ ਕੋਈ ਸਵਾਲ ਕਰਦਾ ਕਿ ਗੁਰੂ ਦੇ ਚਰਨ ਕੀ ਨੇ, ਚਾਹੇ ਗੁਰਬਾਣੀ ਦਾ ਪਾਠ ਹੁੰਦਾ, ਚਾਹੇ ਗੁਰਬਾਣੀ ਦਾ ਕੀਰਤਨ ਹੁੰਦਾ, ਚਾਹੇ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਹੁੰਦੀ ਆ, ਆ ਜਿਹੜੀ ਆਵਾਜ਼ ਆ ਰਹੀ ਆ ਇਹਨੂੰ ਕਹਿੰਦੇ ਆ ਗੁਰੂ ਕੇ ਚਰਨ। ਤੇ ਜੁੜਨਾ ਇਹਦੇ ਨਾਲ ਕਿਹਨੇ ਆ? ਸਾਡੇ ਮਨ ਨੇ। ਤੇ ਮਨ ਸਾਡਾ ਤਾਂ ਜੁੜੂਗਾ ਜੇ ਧਿਆਨ ਸੁਣਨ ਚ ਹੋਊਗਾ। ਤੇ ਜੇ ਹੁਣ ਸਰੀਰ ਤਾਂ ਇੱਥੇ ਬੈਠਾ ਤੇ ਸੁਣਨ ਵਾਲਾ ਭੱਜਿਆ ਫਿਰਦਾ, ਫਿਰ ਅਸੀਂ ਕਿਵੇਂ ਕਹਿ ਸਕਦੇ ਵੀ ਗੁਰੂ ਦੇ ਚਰਨਾਂ 'ਚ ਬੈਠੇ ਆਏ ਆ? ਵੀ ਆਪਾਂ ਤਾਂ ਹਾਜ਼ਰ ਹੀ ਨਹੀਂ ਸੀ। ਤੇ ਪ੍ਰੈਕਟੀਕਲ ਇੰਨਾ ਤਕੜਾ, ਜਦੋਂ ਸਾਡਾ ਧਿਆਨ ਸੁਣਨ ਵੱਲ ਹੋ ਗਿਆ ਉਦੋਂ ਹੀ ਸਾਡੇ ਮਨ ਨੂੰ ਸ਼ਾਂਤੀ ਆਉਣੀ ਸ਼ੁਰੂ ਹੋ ਜਾਊਗੀ। ਇਹ ਨੇ ਗੁਰੂ ਦੇ ਚਰਨ, ਜਿਹੜੀ ਆਵਾਜ਼ ਇੱਥੋਂ ਚੱਲਦੀ ਆ। ਇਦੋਂ ਅੱਗੇ ਉਹ ਸਵਾਲ ਕਰਦੇ ਆ, ਕਹਿੰਦੇ ਜੀ ਫਿਰ ਇਉਂ ਦੱਸੋ, ਗੁਰੂ ਗ੍ਰੰਥ ਸਾਹਿਬ ਗਿਆਨ ਦਿੰਦਾ ਕਿ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਪ੍ਰਮਾਤਮਾ, ਉਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਜੰਮਦਾ ਨਹੀਂ, ਮਰਦਾ ਨਹੀਂ, ਰੂਪ ਨਾ ਰੇਖ ਨਾ ਰੰਗ ਕਿਛ, ਤਰਹਿ ਗੁਣ ਤੇ ਪ੍ਰਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਤੇ ਉਹਨੂੰ ਨਿਰੰਕਾਰ ਕਹਿੰਦੇ ਆ। ਨਿਰੰਕਾਰ ਉਸ ਨੂੰ ਕਹਿੰਦੇ ਆ ਜਿਹਦਾ ਕੋਈ ਆਕਾਰ ਨਾ ਹੋਵੇ। ਕਹਿੰਦੇ ਜੀ ਫਿਰ ਨਿਰੰਕਾਰ ਦੇ ਚਰਨ ਦੱਸੋ ਕਿਹੜੇ ਆ? ਜੇ ਹੁਣ ਨਹੀਂ ਗਿਆਨ ਫੇਰ ਆਪਾਂ ਚੁੱਪ ਹੋ ਗਏ ਉੱਥੇ। ਸਾਡੀ ਨਾ ਹਾਲਤ ਕਈ ਵਾਰੀ ਇੰਨੀ ਮਾੜੀ ਹੋ ਜਾਂਦੀ ਆ, ਸਾਡੇ ਰਿਸ਼ਤੇਦਾਰ ਕੈਨੇਡਾ ਰਹਿੰਦੇ ਆ, ਟਰਾਲਾ ਚਲਾਉਂਦੇ ਆ ਮੁੰਡੇ ਉਹ, ਤੇ ਅੰਮ੍ਰਿਤ ਛਕਿਆ ਹੋਇਆ। ਉਹਨਾਂ ਨੇ ਆਪਦੀ ਹੱਡ ਬੀਤੀ ਸੁਣਾਈ। ਕਹਿੰਦੇ ਸਾਨੂੰ ਇੱਕ ਗੋਰੇ ਨੇ ਸਵਾਲ ਕਰਤਾ, ਕਹਿੰਦਾ ਜੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਇਹ ਆਓ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਸਾਰਾ ਕੁਝ ਆ, ਇੱਕ ਚੀਜ਼ ਹੈ ਨਹੀਂ, ਉਹ ਦੱਸੋ ਕੀ ਆ? ਕਹਿੰਦੇ ਅਸੀਂ ਉਹਦੇ ਮੂੰਹ ਵੱਲ ਝਾਕੀ ਗਏ। ਦੇਖੋ ਇੱਕ ਗੋਰਾ ਅੰਮ੍ਰਿਤਧਾਰੀ ਸਿੰਘਾਂ ਤੇ ਸਵਾਲ ਕਰ ਰਿਹਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ, ਗੁਰੂ ਗ੍ਰੰਥ ਸਾਹਿਬ 'ਚ ਸਾਰਾ ਕੁਝ ਆ, ਇੱਕ ਚੀਜ਼ ਹੈ ਨਹੀਂ, ਉਹ ਦੱਸੋ ਕੀ ਆ? ਕਹਿੰਦੇ ਅਸੀਂ ਚੁੱਪ ਕਰ ਗਏ। 2-4 ਮਿੰਟ ਬਾਅਦ ਉਹ ਬੋਲਿਆ, ਕਹਿੰਦਾ ਕਮਲਿਓ ਗੁਰੂ ਗ੍ਰੰਥ ਸਾਹਿਬ 'ਚ ਝੂਠ ਨਹੀਂ ਹੈ, ਬਾਕੀ ਸਾਰਾ ਕੁਝ ਹੈ। ਦੇਖੋ ਸਵਾਲ ਕਿੱਡਾ ਤਕੜਾ ਤੇ ਸੌਖਾ ਕਿੱਡਾ, ਪਰ ਸਾਡਾ ਮਜ਼ਾਕ ਉੱਡ ਜਾਂਦਾ ਕਈ ਵਾਰੀ। ਉਹ ਹੁਣ ਜਿਹੜੇ ਤਰਕ, ਕਿਉਂਕਿ ਪੰਜਾਬ 'ਚ ਨਾ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਆ, ਸਾਡੀ ਤਰਕਸ਼ੀਲਾਂ ਦੀ ਜਿਹੜੀ ਸੁਸਾਇਟੀ ਬਣੀ ਹੋਈ ਆ ਨਾ ਉੱਥੇ, ਉਹ ਨਹੀਂ ਰੱਬ ਨੂੰ ਮੰਨਦੇ। ਉਹਨਾਂ ਨਾਲ 2 ਵਾਰੀ 2-2 ਘੰਟੇ ਬੈਠ ਕੇ ਵਿਚਾਰ ਹੋਈ ਹੈ, ਪਰ ਗੁਰੂ ਦੀ ਗੱਲ 'ਚ ਇੰਨੀ ਪਾਵਰ ਆ, ਅਖੀਰ ਉਹਨਾਂ ਨੂੰ ਮੰਨਣਾ ਪੈਂਦਾ ਵੀ ਰੱਬ ਹੈਗਾ। ਇਹ ਗੱਲ ਵੱਖਰੀ ਆ ਕਿ ਬੰਦਾ ਉਹੀ ਨਾ ਮੰਨੇ। ਉਹ ਕਹਿੰਦੇ ਅਕਾਲ ਪੁਰਖ ਦੇ ਚਰਨ ਦੱਸੋ ਜੀ ਫਿਰ ਕਿਹੜੇ ਆ? ਉਹਦਾ ਤਾਂ ਕੋਈ ਆਕਾਰ ਹੀ ਨਹੀਂ ਹੈ। ਹੁਣ ਆਪਾਂ ਵੀ ਝਾਕੋ ਆਪਦੇ ਅੰਦਰ, ਵੀ ਸਾਨੂੰ ਕੋਈ ਸਵਾਲ ਕਰ ਦੇਵੇ ਕੀ ਦੱਸਾਂਗੇ? ਅਕਾਲ ਪੁਰਖ ਦੇ ਚਰਨ ਨੇ ਗੁਰਮੁਖੋ, ਉਹਦੇ ਮੁਖ 'ਚੋਂ ਪੈਦਾ ਹੋਈ ਆਵਾਜ਼, ਜਿਹਨੂੰ ਆਪਾਂ ਕਹਿੰਦੇ ਆ ਨਾਮ, ਜਿਹੜੀ ਸ੍ਰਿਸ਼ਟੀ ਦੇ ਆਰੰਭ ਵੇਲੇ ਦੀ ਪੈਦਾ ਹੋਈ ਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕਿਉਂਕਿ ਵਿਗਿਆਨ ਵਾਲਿਆਂ ਨੇ ਹੁਣ ਖੋਜ ਕੀਤੀ ਆ ਕਿ ਕੋਈ ਸਮਾਂ ਸੀ ਇੱਥੇ ਕੁਝ ਨਹੀਂ ਸੀ, ਕੋਈ ਆਕਾਰ ਨਹੀਂ ਸੀ। ਜਦੋਂ ਆ ਆਕਾਰ ਬਣਨੇ ਸ਼ੁਰੂ ਹੋਏ ਉਦੋਂ ਇੱਥੇ ਬਹੁਤ ਵੱਡਾ ਧਮਾਕਾ ਹੋਇਆ, ਜਿਹਨੂੰ ਬਿਗ ਬੈਂਗ ਦਾ ਨਾਂ ਦਿੱਤਾ ਜਾਂਦਾ ਵਿਗਿਆਨ ਵੱਲੋਂ। ਆ ਪਿੱਛੇ ਜੇ ਬੜਾ ਸ਼ੋਰ ਪੈਂਦਾ ਸੁਣਿਆ, ਦੁਬਾਰਾ ਫਿਰ ਉਹ ਧਮਾਕਾ ਕਰਕੇ ਵੇਖਣਾ ਚਾਹੁੰਦੇ ਸੀ ਵਿਗਿਆਨੀ, ਬਈ ਧਮਾਕਾ ਹੋਇਆ, ਆਕਾਰ ਬਣਨੇ ਸ਼ੁਰੂ ਹੋ ਗਏ। ਤੇ ਗੁਰੂ ਨਾਨਕ ਦੇ ਘਰ ਨੇ 500 ਸਾਲ ਹੋ ਗਿਆ ਗੱਲਾਂ ਦੱਸੀਆਂ ਨੂੰ ਕਿ ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕਿ ਸੱਚ ਬੋਲਿਆ ਪ੍ਰਥਮੇ ਧੁਨ ਕੀਓ ਆਕਾਰਾ, ਬਾਜੀਗਰ ਡੰਕ ਵਜਾਈ
ਸਭ ਖਲਕ ਤਮਾਸ਼ੇ ਆਈ। ਕਿ ਸ਼ੁਰੂਆਤ ਵੇਲੇ ਦੋ ਚੀਜ਼ਾਂ ਪੈਦਾ ਹੋਈਆਂ ਪ੍ਰਮਾਤਮਾ ਦੇ ਬੋਲਣ ਨਾਲ, ਇੱਕ ਆਵਾਜ਼ ਤੇ ਇੱਕ ਪੌਣ। ਜਿਵੇਂ ਆਪਾਂ ਬੋਲਦੇ ਹਾਂ, ਆਪਣੇ ਅੰਦਰੋਂ ਦੋ ਚੀਜ਼ਾਂ ਬਾਹਰ ਆ ਰਹੀਆਂ, ਇੱਕ ਆਵਾਜ਼ ਤੇ ਇੱਕ ਪੌਣ। ਉਹ ਜਿਹੜੀ ਆਵਾਜ਼ ਆ ਉਹਨੂੰ ਕਹਿੰਦੇ ਆ ਪ੍ਰਮਾਤਮਾ ਦੇ ਚਰਨ, ਨਾਮ, ਅਨਹਦ ਬਾਣੀ, ਹਰ ਕੀ ਕਥਾ। ਹਰ ਕੀ ਕਥਾ ਬਾਰੇ ਵੀ ਗੁਰਬਾਣੀ 'ਚ ਦੱਸਿਆ ਆਪਾਂ ਨੂੰ, ਹਰ ਕੀ ਕਥਾ ਅਨਾਹਤ ਬਾਣੀ, ਹੰਸ ਹੋਏ ਹੀਰਾ ਲੈ ਪਛਾਣੀ। ਜਦੋਂ ਸਾਡਾ ਮਨ ਹੰਸ ਬਣ ਜੂ ਉਦੋਂ ਆਪਾਂ ਨੂੰ ਇਹਦੀ ਪਛਾਣ ਆਉਣੀ ਸ਼ੁਰੂ ਹੋ ਜੂਗੀ। ਉਹ ਲਗਾਤਾਰ ਚੱਲ ਰਹੀ ਆ ਅਨਹਦ ਬਾਣੀ। ਉਹਨੂੰ ਤਾਂ ਕਹਿੰਦੇ ਆ ਕਿ ਜਿਹੜਾ ਸਾਡਾ ਪ੍ਰਮਾਤਮਾ ਉਹਦੀ ਕੋਈ ਹੱਦਬੰਦੀ ਨਹੀਂ। ਜਿਹੜੀ ਚੀਜ਼ ਦੀ ਕੋਈ ਹੱਦਬੰਦੀ ਨਾ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਆ? ਅਨਹਦ। ਉਹਦੇ ਮੁਖ ਚੋਂ ਪੈਦਾ ਹੋਈ ਆਵਾਜ਼ ਨੂੰ ਵੀ ਕਹਿੰਦੇ ਆ ਅਨਹਦ ਬਾਣੀ, ਅਨਹਦ ਨਾਦ, ਸਹਿਜ ਧੁਨ। ਉਹ ਇੱਕ ਆਵਾਜ਼ ਆ, ਸੰਗੀਤਕ ਧੁਨ ਚੱਲ ਰਹੀ ਆ ਸਾਰਿਆਂ ਦੇ ਅੰਦਰ ਆਪਣੇ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਉਹਨੂੰ ਕਹਿੰਦੇ ਨੇ ਅਕਾਲ ਪੁਰਖ ਦੇ ਚਰਨ। ਜੇ ਹੁਣ ਕੋਈ ਸਵਾਲ ਕਰ ਦੇਵੇ ਆਪਣੇ ਤੇ, ਹੁਣ ਅਸੀਂ ਉਹ ਚਰਨਾਂ ਨਾਲ ਜੁੜਨਾ ਚਾਹੁੰਦੇ ਹਾਂ। ਦੇਖੋ ਹੁਣ ਗੁਰੂ ਦੇ ਚਰਨਾਂ ਨਾਲ ਤਾਂ ਜੁੜੇ ਬੈਠੇ ਆਪਾਂ, ਤੇ ਅਕਾਲ ਪੁਰਖ ਦੇ ਚਰਨਾਂ ਨਾਲ ਕਿਵੇਂ ਜੁੜਾਂਗੇ? ਜਦੋਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਗਿਆ ਤੇ ਭਗਤੀ ਸਾਡੀ ਉੱਥੋਂ ਸ਼ੁਰੂ ਹੁੰਦੀ ਆ। ਤ੍ਰੈ ਗੁਣ ਮੇਟੇ ਚੌਥੇ ਵਰਤੈ ਈਹਾਂ ਭਗਤ ਨਿਰਾਰੀ। ਜਦੋਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਸਹਿ 'ਚ ਜਾਂਦਾ, ਉਦੋਂ ਸਾਡੇ ਇਹ ਸ਼ੁਰੂ ਹੁੰਦੀ ਆ ਆਵਾਜ਼ ਸੁਣਨੀ। ਆਓ 5 ਮਿੰਟ ਆਪਾਂ, ਕਿਉਂਕਿ ਜਾਂਦੀ ਆ ਸੰਗਤ ਵਿੱਚੋਂ ਕੰਮਾਂ ਕਾਰਾਂ ਦਾ ਹੁੰਦਾ, ਸਿਮਰਨ ਕਰ ਲਈਏ ਜਿਹੜਾ ਜ਼ਰੂਰੀ ਹੈ। ਤਰੀਕਾ ਸੁਣ ਲਓ। ਜਦੋਂ ਗੁਰਬਾਣੀ ਪੜ੍ਹਨੀ ਆ ਵਿਚਾਰ ਕੇ ਧਿਆਨ ਨਾਲ ਪੜ੍ਹੀਏ। ਜਦੋਂ ਫਿਰ ਅਭਿਆਸ ਕਰਨਾ ਉਦੋਂ ਸਰੀਰ ਨੂੰ ਰਿਲੈਕਸ ਕਰਕੇ ਬੈਠੋ, ਕਿਉਂਕਿ ਤਨ ਦੇ ਆਸਣ ਦੀ ਬਹੁਤੀ ਜ਼ਰੂਰਤ ਨਹੀਂ, ਮਨ ਦਾ ਆਸਣ ਲਾਉਣਾ ਆਪਾਂ। ਨੇਤਰ ਬੰਦ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੁੰਦਾ ਹੈ। ਨੇਤਰ ਬੰਦ ਕੀਤੇ ਫਿਰ ਵੀ ਸਾਡਾ ਧਿਆਨ ਭੱਜ ਜਾਂਦਾ। ਇਹ ਖਿਲਰੇ ਹੋਏ ਧਿਆਨ ਨੂੰ ਇਕੱਠਾ ਕਰਨ ਵਾਸਤੇ ਸਵਾਸਾਂ ਦਾ ਸਹਾਰਾ ਦੇ ਲੈਣਾ ਤੇ ਨਾਲ ਸ਼ਬਦ ਦਾ ਸਹਾਰਾ। ਜਿਉਂ ਮੰਦਰ ਕੋ ਥਾਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਸਵਾਸ ਅੰਦਰ ਨੂੰ ਜਾਂਦਾ, ਇਹ 'ਚ ਧਿਆਨ ਮਿਲਾ ਕੇ ਬੋਲੋ ਵਾਹੇ ਔਰ ਸੁਣੋ। ਥੋੜਾ ਜਿਹਾ ਰੁਕ ਕੇ, ਤੇਜ਼ੀ ਨਹੀਂ ਕਰਨੀ। ਕਈ ਵਾਰੀ ਜਲਦੀ ਕਰਦੇ ਆ ਮੁੰਨ ਦੀ। ਜਦੋਂ ਸਵਾਸ ਬਾਹਰ ਨੂੰ ਆਉਂਦਾ ਉਦੋਂ ਬੋਲਣਾ ਗੁਰੂ। ਤੇ ਆਪਣੀ ਆਵਾਜ਼ 'ਚ ਧਿਆਨ ਰੱਖਣਾ ਹੁੰਦਾ, ਕਿਉਂਕਿ ਗੁਰ ਕੀ ਮੂਰਤ ਮਨ ਮੈਂ ਧਿਆਨ। ਸ਼ਬਦ ਆਪਣਾ ਗੁਰੂ ਆ ਤੇ ਇਹਦੀ ਮੂਰਤ ਕੀ ਆ? ਉਹਦੀ ਆਵਾਜ਼। ਆਕਾਰ ਦੇ ਬਾਹਰੋਂ ਸਾਨੂੰ 10ਵੇਂ ਪਾਤਸ਼ਾਹ ਮਹਾਰਾਜ ਨੇ ਮਨਾਹੀ ਕਰਤੀ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਖਰੀ ਸਮਾਂ ਸੀ ਤੇ ਗੁਰੂ ਕੇ ਪਿਆਰੇ ਚਰਨ ਘੁੱਟਣ ਦੀ ਸੇਵਾ ਕਰ ਰਹੇ ਸੀ। ਉਹਨਾਂ ਨੂੰ ਮਹਿਸੂਸ ਹੋਇਆ ਕਿ ਜਿਵੇਂ ਚਰਨ ਉਹਨਾਂ ਦੇ ਹੱਥਾਂ 'ਚ ਨਾ ਹੋਣ। ਉਹ ਕਹਿੰਦੇ ਸੱਚੇ ਪਾਤਸ਼ਾਹ ਆਹ ਕੀ ਖੇਡ ਆ? ਇਉਂ ਮਹਿਸੂਸ ਹੋ ਰਿਹਾ ਜਿਵੇਂ ਤੁਹਾਡੇ ਚਰਨ ਸਾਡੇ ਹੱਥਾਂ 'ਚ ਨਾ ਹੋਣ। ਮਹਾਰਾਜ ਕਹਿੰਦੇ ਭਾਈ ਇਹ ਅਸਥੂਲ ਚਰਨ ਹੁਣ ਬਹੁਤਾ ਚਿਰ ਤੁਹਾਡੇ ਹੱਥਾਂ 'ਚ ਨਹੀਂ ਰਹਿਣੇ, ਸਾਡਾ ਸਮਾਂ ਨੇੜੇ ਆ ਗਿਆ। ਉਹ ਕਹਿੰਦੇ ਜੀ ਫਿਰ ਇਉਂ ਦੱਸੋ ਬਈ ਅਸੀਂ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਇਸ ਆਕਾਰ ਦਾ ਧਿਆਨ ਧਰ ਕੇ ਜੁੜ ਜਾ ਕਰੀਏ? ਉਹ ਕਹਿੰਦੇ ਨਾ ਨਾ, ਇਹ ਨਾ ਗਲਤੀ ਕਰਿਓ। ਜੇ ਸਾਨੂੰ ਪਰਮੇਸ਼ਰ ਕਰਕੇ ਤੁਸੀਂ ਉਚਾਰਨ ਕੀਤਾ ਨਾ, ਨਰਕਾਂ 'ਚ ਚਲ ਜਾਓਗੇ। ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਹੁਣ ਇੱਕ ਪਾਸੇ ਆਪਾਂ ਦਸ਼ਮੇਸ਼ ਪਿਤਾ ਮਹਾਰਾਜ ਦਾ ਪਰਉਪਕਾਰ ਵੇਖੋ, ਇੱਕ ਪਾਸੇ ਉਹ ਸਾਨੂੰ ਗਿਆਨ ਦੇ ਰਹੇ ਆ ਕਿ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਕੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਰੀ ਦੇ ਜਨ ਹੈ ਨਹੀਂ ਸੀ ਆਪ? ਫਰਕ ਸੀ ਉਹਨਾਂ ਤੇ ਪ੍ਰਮਾਤਮਾ 'ਚ? ਕੋਈ ਫਰਕ ਨਹੀਂ ਸੀ। ਪਰ ਸਾਨੂੰ ਕਿਉਂ ਮਨਾਹੀ ਕੀਤੀ? ਕਿ ਇਹ ਜਿਹੜਾ ਆਉਣ ਵਾਲਾ ਸਮਾਂ ਨਾ, ਉਹਨਾਂ ਨੂੰ ਪਤਾ ਸੀ ਕਿ ਲੋਕ ਨਿਰੰਕਾਰ ਨੂੰ ਭੁੱਲ ਕੇ ਆਕਾਰਾਂ ਨਾਲ ਹੀ ਜੁੜ ਜਾਣਗੇ। ਸਾਨੂੰ ਸਗੋਂ ਇਹ ਹੁਕਮ ਕੀਤਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ
ਜਗਤ ਤਮਾਸ਼ਾ। ਤੁਸੀਂ ਉਹਨੂੰ ਯਾਦ ਕਰਨਾ ਜਿਹਨੇ ਸਾਨੂੰ ਭੇਜਿਆ। ਧਿਆਨ ਧਰੋ ਤਿਹ ਕੋ ਮਨ ਮੈਂ ਜੇ ਅਮਤੋਜ, ਸਭੇ ਜਗ ਛਾਇਓ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਹ ਕੋ ਕਹਿ ਨਾ ਸਕਤ ਕਹਿ। ਉਹਨਾਂ ਨੇ ਵੀ ਮਨਾਹੀ ਕੀਤੀ ਕਿ ਕਿਤੇ ਸਾਡੇ ਆਕਾਰ ਦੀ ਪੂਜਾ ਨਾ ਕਰਨੀ ਸ਼ੁਰੂ ਕਰ ਦਿਓ। ਆਪਾਂ ਖਿਆਲ ਰੱਖਣਾ, ਜਦੋਂ ਪ੍ਰਮਾਤਮਾ ਦਾ ਨਾਮ ਜਪਣਾ ਕਿਸੇ ਵੀ ਆਕਾਰ ਦਾ ਧਿਆਨ ਨਹੀਂ ਧਰਨਾ, ਕਿਉਂਕਿ ਸਾਡਾ ਜਿਹੜਾ ਮਾਲਕ ਆ ਉਹ ਨਿਰੰਕਾਰ ਆ। ਉਹਦੇ 'ਚ ਲੀਨ ਹੋਣ ਲਈ ਸ਼ਬਦ ਗੁਰੂ ਸ਼ਬਦ ਦੀ ਕੋਈ ਮੂਰਤ ਨਹੀਂ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ। ਗੁਰੂ ਦੀ ਮੂਰਤ ਕੀ ਆ? ਜਿਹੜੀ ਆਵਾਜ਼ ਆਪਾਂ ਬੋਲਦੇ ਹਾਂ। ਜਦੋਂ ਇਸ ਵਿਧੀ ਦੁਆਰਾ ਅਸੀਂ ਅਭਿਆਸ ਕਰਾਂਗੇ, ਹੌਲੀ ਹੌਲੀ ਸਾਡੇ ਮਨ ਦਾ ਟਿਕਾਊ ਬਣਨਾ ਸ਼ੁਰੂ ਹੋ ਜਾਊਗਾ। ਆ ਜਿਹੜੇ ਵਿਚਾਰਾਂ ਸਾਡਾ ਮਨ ਦੌੜਦਾ, ਇਹ ਦੌੜ ਨੂੰ ਹਟ ਜਾਊਗਾ। ਜਿਉਂ-ਜਿਉਂ ਮਿਹਨਤ ਤਾਂ ਕਰਨੀ ਪਊਗੀ ਸਾਰਿਆਂ ਨੂੰ, ਕਿਉਂਕਿ ਜਿੰਨਾ ਕੁ ਹੁਣ ਆਪਣੇ ਮਨ ਨੂੰ ਮੈਲ ਲੱਗੀ ਹੋਈ ਆ, ਉਹ ਲਾਉਣ ਬਰੀ ਤਾਂ ਮਿਹਨਤ ਕਰਨ ਹੀ ਪਊਗੀ। ਤੇ ਇੱਕ ਹੋਰ ਭੁਲੇਖਾ ਕੱਢ ਲਈਏ, ਆਪਣੀ ਖਾਤਰ ਕੋਈ ਹੋਰ ਨਹੀਂ ਕਰ ਸਕਦਾ। ਇਹ ਆਪ ਦਾ ਕੰਮ ਹਰੇਕ ਨੂੰ ਆਪੇ ਹੀ ਕਰਨਾ ਪਊਗਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਓ 2-3 ਵਾਰ ਅਸੀਂ ਪਹਿਲਾਂ ਇਕੱਲੇ ਬੋਲਦੇ ਹਾਂ, ਧਿਆਨ ਨਾਲ ਸਰਵਣ ਕਰ ਲਿਓ। ਆਪਾਂ ਗਿਆਨ ਦੇ ਨਾਲ ਨਾਲ ਪ੍ਰੈਕਟੀਕਲ ਵੀ ਸਿੱਖਦੇ ਚੱਲੀਏ, ਜਿਹੜਾ ਫਿਰ ਹਰ ਰੋਜ਼ ਕਰਨਾ। ਫਿਰ ਬੇਨਤੀ ਕਰਾਂਗੇ ਆਪਾਂ ਸਾਰੇ ਨਾਲ ਦੀ ਨਾਲ ਅਭਿਆਸ ਵੀ ਕਰਦੇ ਚੱਲੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਆਪਾਂ ਗੁਰਮੰਤਰ ਦਾ ਅਭਿਆਸ ਕਰਨਾ। ਆਓ ਹੁਣ ਸਾਰੀ ਸੰਗਤ ਨੇਤਰ ਬੰਦ ਕਰ ਲਓ ਤੇ ਆਪਾਂ ਆਪ ਵੀ ਕਰਨਾ। ਜੇ ਕੋਈ ਸੰਗੀ ਸਾਥੀ ਆਪਣਾ ਨਹੀਂ ਪਹੁੰਚ ਸਕਿਆ, ਉਹਨੂੰ ਵੀ ਦੱਸਣਾ ਹੁੰਦਾ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ